ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅਸੀਂ ਲੰਬੇ ਸਮੇਂ ਤੋਂ, ਪਿਛਲੇ ਲਗਭਗ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਰੋਜ਼ ਗੁਰਮਤਿ ਦੀਆਂ ਗੱਲਾਂ ਕਰਨ ਲਈ, ਸਮਝਣ ਲਈ, ਵਿਚਾਰਨ ਲਈ, ਇੱਕ ਦੂਜੇ ਨਾਲ ਸਾਂਝੀਆਂ ਕਰਨ ਲਈ ਇੱਥੇ ਇਕੱਠੇ ਹੁੰਦੇ ਹਾਂ। ਸੰਸਾਰ ਵਿੱਚ ਮਹਾਮਾਰੀ ਜੋ ਕੋਵਿਡ-19 ਜਿਹਨੂੰ ਅਸੀਂ ਕਰੋਨਾ ਦੇ ਨਾਂ ਨਾਲ ਬੁਲਾਉਂਦੇ ਹਾਂ, ਜੋ ਸੰਸਾਰ ਵਿੱਚ ਅੱਜ ਭਿਆਨਕ ਬਿਮਾਰੀ ਚੱਲ ਰਹੀ ਹੈ, ਉਹਦੇ ਲਈ ਚੜ੍ਹਦੀ ਕਲਾ 'ਚ ਰਹਿਣ ਲਈ ਗੁਰੂ ਦਾ ਸ਼ਬਦ ਹਮੇਸ਼ਾ ਹੀ ਸਹਾਈ ਹੁੰਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜਨ ਦੇ ਲਈ ਅਸੀਂ ਨੇਤਾ ਪ੍ਰਤੀ ਇਹ ਉਦਮ ਕਰਦੇ ਹਾਂ। ਜੋ ਵਿਚਾਰ ਸਾਡੇ ਸੁਣੇ ਜਾਂਦੇ ਹਨ, ਵਿਚਾਰੇ ਜਾਂਦੇ ਹਨ, ਫਿਰ ਉਹ ਸਾਡੇ ਵਿਚਾਰਾਂ ਦੇ ਅੰਦਰ ਜਾ ਕੇ ਵਸਦੇ ਹਨ, ਵਿਚਾਰਾਂ ਦੀ ਤਬਦੀਲੀ, ਚੇਂਜ ਆਉਂਦੀ ਹੈ। ਤੋ ਇਹ ਗੁਰੂ ਦੀਆਂ ਗੱਲਾਂ ਕਰਨੀਆਂ, ਵਿਚਾਰਨੀਆਂ, ਸੁਣਨੀਆਂ, ਸਮਝਣੀਆਂ, ਇਹ ਮਨ ਨੂੰ ਹਮੇਸ਼ਾ ਢਹਿੰਦੀ ਕਲਾ ਤੋਂ ਕੱਢ ਕੇ ਚੜ੍ਹਦੀ ਕਲਾ 'ਚ ਲੈ ਕੇ ਜਾਂਦਾ। ਇਹ ਇੱਕ ਐਸਾ ਉਦਮ ਜੋ ਅਸੀਂ ਸਾਰੇ ਕਰ ਰਹੇ ਹਾਂ, ਇਹ ਆਪਣੇ ਮਨ ਨੂੰ ਚੜ੍ਹਦੀ ਕਲਾ 'ਚ ਲਿਜਾਣ ਲਈ, ਗੁਰੂ ਦੇ ਹੁਕਮ ਵਿੱਚ ਰਹਿਣ ਲਈ ਸਾਡੇ ਲਈ ਪ੍ਰੇਰਨਾਦਾਇਕ ਹੈ। ਸੋਮਵਾਰ ਅਸੀਂ ਹਮੇਸ਼ਾ ਸਵਾਲ ਜਵਾਬ ਦਾ ਸੈਸ਼ਨ ਸਾਡਾ ਚੱਲਦਾ ਆ ਰਿਹਾ ਹੈ। ਤੋ ਅੱਜ ਦਾ ਸੋਮਵਾਰ ਵੀ ਇਹ ਸਵਾਲ ਜਵਾਬ ਦਾ ਸੈਸ਼ਨ ਹੁਣੇ ਆਰੰਭ ਹੋਏਗਾ। ਜੋ ਸਵਾਲ ਆਪ ਜੀ ਵੱਲੋਂ ਭੇਜੇ ਜਾਂਦੇ ਹਨ, ਪੈਨਲ ਮੈਂਬਰਸ ਉਹਨਾਂ ਸਵਾਲਾਂ ਦੇ ਉੱਤੇ ਵਿਚਾਰ ਕਰਕੇ ਸ਼ਨੀਚਰਵਾਰ ਨੂੰ ਫਿਰ ਉਹ ਸਵਾਲਾਂ ਦੇ ਉੱਤਰ ਆਪਸੀ ਸਹਿਮਤੀ ਦੇ ਨਾਲ ਜੋ ਬਣਦੇ ਹਨ, ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ। ਇਹ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਜੀ ਰਾਜਾ ਸਿੰਘ ਜੀ ਨਿਭਾ ਰਹੇ ਹਨ। ਤਾਂ ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸੈਸ਼ਨ ਸਵਾਲ ਜਵਾਬ ਦਾ ਆਰੰਭ ਕੀਤਾ ਜਾਵੇ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਜੀਓ ਆਇਆਂ ਜੀ। ਤੋ ਅੱਜ ਸੋਮਵਾਰ ਸਵਾਲ ਜਵਾਬ ਦਾ ਜੋ ਪ੍ਰੋਗਰਾਮ ਕਰਨਾ ਹੈ, ਆਪ ਜੀ ਵੱਲੋਂ ਜਿਹੜੇ ਸਵਾਲ ਆਉਂਦੇ ਨੇ ਵੱਖ ਵੱਖ ਵਿਸ਼ਿਆਂ ਤੇ, ਤੋ ਉਹਨਾਂ ਚੋਂ ਇੱਕ ਇੱਕ ਸਵਾਲ ਲੈ ਕੇ ਇਹ ਆਪਾਂ ਸ਼ੁਰੂ ਕਰਦੇ ਹਾਂ ਜੀ। ਤੋ ਸਵਾਲ ਆਉਣੇ ਇੱਕ ਬੜਾ ਚੰਗਾ ਮਤਲਬ ਉਦਮ ਹੈ। ਸਵਾਲ ਆਉਣ ਦਾ ਮਤਲਬ ਇਹ ਹੈ ਕਿ ਅਸੀਂ ਜੋ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਉਹਦੇ ਸਾਡਾ ਧਿਆਨ ਜੁੜਿਆ, ਤੇ ਜਿਹੜੀ ਚੀਜ਼ ਸਾਨੂੰ ਕਲੈਰੀਫਿਕੇਸ਼ਨ ਦੀ ਲੋੜ ਹੈ ਤਾਂ ਸਵਾਲ ਪੈਦਾ। ਸੋ ਸਵਾਲ ਆਉਣਾ ਆਪਣੇ ਆਪ 'ਚ ਇੱਕ ਬੜਾ ਚੰਗਾ ਉਦਮ ਹੈ, ਵਧੀਆ ਨਿਸ਼ਾਨੀ ਹੈ ਕਿ ਅਸੀਂ, ਕਿਉਂਕਿ ਸਵਾਲ ਆਉਣਗੇ, ਜਵਾਬ ਲੱਭਾਂਗੇ ਤੇ ਸਾਡੀ ਸਾਰਿਆਂ ਦੀ ਇਹਦੇ 'ਚ ਆਤਮਿਕ ਤਰੱਕੀ ਵੀ ਹੋਏਗੀ, ਤਾਂ ਜੇ ਜਿੰਨੀ ਸਾਨੂੰ ਗੁਰਬਾਣੀ ਬਾਰੇ ਸੂਝ ਆਉਂਦੀ ਜਾਏ, ਕਿਉਂਕਿ ਗੁਰਬਾਣੀ ਤਾਂ ਸਮੁੰਦਰ ਹੈ। ਤੋ ਇਸ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਇਸ ਮਨੁੱਖਾ ਜੀਵਨ ਵਿੱਚ ਅਸੀਂ ਬਾਣੀ ਦਾ ਲਾਹਾ ਲੈ ਸਕੀਏ। ਤੋ ਲਾਹਾ ਲੈਣ ਦਾ ਮਤਲਬ ਕੇਵਲ ਕੋਈ ਕੰਨ ਰਸ ਜਾਂ ਜੀਭਾ ਰਸ ਨਹੀਂ ਹੈ। ਜੇ ਅੰਡਰਸਟੈਂਡਿੰਗ, ਸਮਝਣ ਦੀ ਜਿੱਥੇ ਗੱਲ ਆਏਗੀ, ਉੱਥੇ ਕੁਐਸਚਨ ਆਉਣੇ ਨੈਚੁਰਲ। ਤੋ ਇਸ ਕਰਕੇ ਜਦੋਂ ਕੁਐਸਚਨ ਆਉਂਦੇ ਨੇ ਚੰਗਾ ਲੱਗਦਾ। ਤੋ ਅੱਜ ਵੀ ਵੱਖ ਵੱਖ ਵਿਸ਼ਿਆਂ ਤੇ ਕੁਐਸਚਨ ਆਏ ਨੇ। ਤੋ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਪੈਨਲ ਮੈਂਬਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਸੰਗਤ ਨਾਲ ਫਤਿਹ ਸਾਂਝੀ ਕਰਨ। ਵੀਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਹਿਬ ਮਨਮੋਹਨ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਪ੍ਰਭ ਕੀਰਤਨ ਸਿੰਘ ਜੀ। ਕਿੱਕਰ ਸਿੰਘ ਜੀ, ਅਨਮਿਊਟ ਕਰ ਲਓ ਜੀ ਕੀਰਤਨ ਸਿੰਘ ਜੀ। ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਾਹਿਬ ਕਿੱਕਰ ਸਿੰਘ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਜੀ ਤੇ ਸ਼ਾਇਦ ਭੈਣ ਮਨਦੀਪ ਕੌਰ ਅੱਜ ਨਹੀਂ ਆ ਰਹੇ, तो आओ साथ संगत ਆਪਾਂ ਸ਼ੁਰੂ ਕਰਦੇ ਹਾਂ। तो ਪਹਿਲਾ ਜਿਹੜਾ ਸਵਾਲ ਹੈ, ਜਿਸ ਤਰ੍ਹਾਂ ਪਿਛਲੇ ਹਫਤੇ ਵੀ ਇੱਕ ਸਵਾਲ ਆਇਆ ਸੀ ਉਹਦੇ ਵਰਗਾ ਕਿ ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰ ਸ਼ਬਦ ਦੇ ਉੱਪਰ ਉਹਦਾ ਜੋ ਸਿਰਲੇਖ ਹੈ, ਟਾਈਟਲ ਹੈ ਸਾਡੀ ਗਿਆਤਾ ਲਈ, ਵੀ ਕਿਹੜਾ ਇਹ ਰਾਗ ਹੈ ਜਾਂ ਕਿਹੜਾ ਸ਼ਲੋਕ ਹੈ ਜਾਂ ਕੀ ਅਸ਼ਟਪਦੀ ਹੈ ਜਾਂ ਜੋ ਵੀ ਹੈ, ਉਹ ਚਾਹੇ ਉਹ ਕੀਰਤਨੀ ਸਿੰਘਾਂ ਦੀ ਹਦਾਇਤ ਲਈ ਹੋਵੇ, ਪਰ ਅਸੀਂ ਜਿਸ ਵੇਲੇ ਪਾਠ ਕਰਦੇ ਹਾਂ ਸਾਨੂੰ ਵੀ ਉਹਨਾਂ ਗੱਲਾਂ ਦਾ ਪਤਾ ਹੋਵੇ ਵੀ ਕਿਉਂ ਲਿਖੇ ਨੇ। ਸੋ ਐਸਾ ਇੱਕ ਸਵਾਲ ਜਿਹੜਾ ਹੈ ਉਹ ਸਾਨੂੰ ਆਇਆ। ਇਹ ਸਵਾਲ ਜਿਹੜਾ ਇਹ ਸਰ ਸੁਰਜੀਤ ਸਿੰਘ ਜੀ ਫਿਰੋਜ਼ਪੁਰ ਤੋਂ ਉਹਨਾਂ ਨੇ ਭੇਜਿਆ। ਸਵਾਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 838 ਤੇ ਸਿਰਲੇਖ ਹੈ ਜੀ ਬਿਲਾਵਲ ਮਹਿਲਾ ਪਹਿਲਾ ਜੱਤ ਚੱਜਾ ਤੱਤੇ ਨੂੰ ਸਿਆਰੀ। ਬਿਲਾਵਲ ਮਹਿਲਾ ਪਹਿਲਾ ਜੱਤ। ਉਹਨਾਂ ਦਾ ਸਵਾਲ ਇਹ ਹੈ ਕਿ ਇਹ ਜੋ ਸ਼ਬਦ ਜੱਤ ਹੈ ਜੱਜਾ ਤੱਤੇ ਨੂੰ ਸਿਆਰੀ, ਇਹਦੇ ਤੋਂ ਕੀ ਭਾਵ ਹੈ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਸਾਨੂੰ ਸਮਝਾਉਣ ਕਿ ਬਿਲਾਵਲ ਮਹਿਲਾ ਪਹਿਲੇ ਦੇ ਨਾਲ ਜੱਤ ਕਿਉਂ ਲਿਖੇ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਥੇ ਤੱਕ ਇਸ ਜੱਤ ਦਾ ਸਵਾਲ ਹੈ, ਅਸੀਂ ਪਹਿਲਾਂ ਵੀ ਇਸ ਮੰਚ ਦੇ ਦੁਆਰਾ, ਇਸ ਕਲਾਸ ਦੇ ਦੁਆਰਾ ਅਸੀਂ ਆਨਸਰ ਕਰ ਚੁੱਕੇ ਹਾਂ ਕਿ ਛੰਤਾ ਕੀ ਜੱਤ ਜਿਹੜਾ ਸਵਾਲ ਆਇਆ ਸੀਗਾ ਉਦੋਂ ਇਹ ਸਾਰੀ ਗੱਲ ਐਕਸਪਲੇਨ ਕੀਤੀ ਸੀ। ਲੇਕਿਨ ਅੱਜ ਜਿਹੜਾ ਸਵਾਲ ਹੈ ਇਹ ਵੀ ਸੇਮ ਹੈ ਤੇ ਅਸੀਂ ਉਸ ਨੂੰ ਆਪਦੇ ਸਾਹਮਣੇ ਜਿਹੜਾ ਜਵਾਬ ਹੈ ਉਹ ਇਸ ਤਰ੍ਹਾਂ ਹੈ ਕਿ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ ਇਸ ਦੇ ਅਰਥ ਇਸ ਪ੍ਰਕਾਰ ਦਿੱਤੇ ਹਨ ਕਿ ਜੱਤ ਦੇ ਅਰਥ ਉਹਨਾਂ ਨੇ ਜਾਤ ਵੀ ਕੀਤੇ ਹਨ। ਜਜੇ ਨੂੰ ਕਰਨਾ ਤੱਤੇ ਨੂੰ ਸਿਆਰੀ, ਜੱਤ ਮੇਰੀ ਪੱਤ ਮੇਰੀ ਧਨ ਹਰ ਨਾਮ। ਸੰਗੀਤ ਅਨੁਸਾਰ ਗਾਇਨ ਦੀ ਧਾਰਨਾ ਦਾ ਨਾਮ ਜੱਤ ਬ੍ਰੈਕਟ ਜਤੀ ਹੈ ਅਤੇ ਮਿਰਦੰਗ ਦੇ ਬੋਲ ਦਾ ਜਿੱਥੇ ਵਿਸ਼ਰਾਮ ਹੋਵੇ ਉਸ ਦੀ ਵੀ ਜੱਤ ਸੰਗਿਆ ਹੈ। ਡਾਕਟਰ ਚਰਨ ਸਿੰਘ ਜੀ ਨੇ ਵੀ ਇਸ ਬਾਰੇ ਆਪਣੇ ਵਿਚਾਰ ਦਿੱਤੇ ਹਨ। ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਬਾਣੀ ਬਿਊਰੋ ਵਿੱਚ ਲਿਖਿਆ ਹੈ ਕਿ ਜੱਤ ਗਤ ਸਾਥ ਇਹ ਤਿੰਨੇ ਜੋੜੀ ਦੇ ਕਰਤੱਵ ਹਨ। ਜਿਸ ਵੇਲੇ ਸੱਜਾ ਹੱਥ ਗਤ ਦਾ ਕੰਮ ਕਰੇ ਅਰਥਾਤ ਗਤ ਵਾਂਗਰ ਉਂਗਲੀਆਂ ਵਿੱਚੋਂ ਜੋੜੀ ਦੇ ਕਿਨਾਰੇ ਉੱਤੇ ਵਿਚਕਾਰ ਕੰਮ ਕਰੇ ਅਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ ਤਾਂ ਉਸ ਨੂੰ ਜੱਤ ਕਹਿੰਦੇ ਹਨ। ਤੋ ਉਂਗਲੀਆਂ ਜਿਹੜੀਆਂ ਹਨ ਹਰਫ ਕੱਢਣ ਜੋ ਪਾਟਾਛਰ ਕਹਿੰਦੇ ਹਨ ਅਤੇ ਆਵਾਜ਼ ਵੀ ਨਰਮ ਨਿਕਲੇ ਉਸ ਨੂੰ ਗਤ ਕਹਿੰਦੇ ਹਨ। ਜਦੋਂ ਦੋਵੇਂ ਹੱਥ ਖੁੱਲੇ ਕੰਮ ਕਰਨ ਅਤੇ ਆਵਾਜ਼ ਵੀ ਖੁੱਲੀ ਨਿਕਲੇ ਜਿਸ ਨੂੰ ਕੱਢ ਆਖਦੇ ਹਨ ਤਾਂ ਉਸ ਦੀ ਸੰਗਿਆ ਸਾਥ ਹੁੰਦੀ ਹੈ। ਦੇਖੋ ਬਿਲਾਵਲ ਮਹਲਾ ਪਹਿਲਾ ਜਿਹੜਾ ਕਿ 838 ਅੰਕ ਦੇ ਉੱਤੇ ਲਿਖਿਆ ਹੋਇਆ ਹੈ। ਆਸ ਹੈ ਵੀ ਸੁਰਜੀਤ ਸਿੰਘ ਜੀ ਨੂੰ ਇਸ ਸਵਾਲ ਦਾ ਜਵਾਬ ਜਿਹੜਾ ਮਿਲ ਗਿਆ ਹੋਵੇਗਾ। ਇਹ ਹਦਾਇਤ ਹੈ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਸੰਪਾਦਨਾ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਉਸ ਵੇਲੇ ਇਹ ਚੀਜ਼ ਜਿਹੜੀ ਹੈ ਉਹਨਾਂ ਨੇ ਰੱਖੀ ਹੈ ਵੀ ਕਿਹੜਾ ਰਾਗ ਔਰ ਕਿਹੜੀ ਤਾਲ ਦੇ ਅੰਦਰ ਇਹ ਜਿਹੜੀ ਤਬਲੇ ਦੇ ਨਾਲ ਤਾਲ ਹੈ ਉਹਦੇ ਨਾਲ ਸੰਬੰਧ ਰੱਖਦੀ ਹੈ। ਤੋ ਸਾਨੂੰ ਇਹ ਪੜ੍ਹਨ ਲੱਗਿਆ ਵੀ ਇਸ ਚੀਜ਼ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਇਹ ਕਿੰਨੀ ਮਿਹਨਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਂ ਅਨੁਸਾਰ ਉਹਨਾਂ ਨੇ ਸੰਪਾਦਨ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਖੁਸ਼ਕਿਸਮਤ ਹਾਂ ਸਾਧ ਸੰਗਤ ਜੀ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਜਿੱਥੇ ਅਧਿਆਤਮਕ ਗੁਣਾਂ ਦੇ ਬਹੁਤ ਵੱਡੇ ਭੰਡਾਰੇ ਨੇ, ਉੱਥੇ ਇਹ ਜਿਹੜੀਆਂ ਆਮ ਗੱਲਾਂ ਜਿਹੜੀਆਂ ਜਿਵੇਂ ਵੀਰ ਜੀ ਨੇ ਹੁਣੇ ਦੱਸਿਆ ਜਿਹੜੀਆਂ ਸੰਗੀਤ ਨਾਲ ਸੰਬੰਧ ਰੱਖਦੀਆਂ ਉਹਨਾਂ ਦਾ ਵੀ ਪੂਰਾ ਖੋਲ ਕੇ ਵਰਣਨ ਕੀਤਾ, ਜਿਸ ਤੋਂ ਲੱਗਦਾ ਹੈ ਕਿ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਬਾਕੀ ਹੈ ਉੱਥੇ ਦੇਖੋ
ਇਹ ਸੰਗੀਤ ਬਾਰੇ ਵੀ ਉਹਨਾਂ ਨੂੰ ਇਹ ਮਸ ਸੀ। ਇਹਦਾ ਮਤਲਬ ਇਹਦੇ ਪਿੱਛੇ ਕੋਈ ਜ਼ਰੂਰ ਬੈਕਗਰਾਉਂਡ ਹੈ। ਤੋ ਇਸੇ ਕਰਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਜੋ ਪਾਠ ਹੈ ਉਹ ਸਾਰੀ ਰਾਈਟਿੰਗ ਜਿਹੜੀ ਹੈ ਉਹ ਰਾਗਾਂ 'ਚ ਹੈ। ਤੋ ਵੀਰ ਜੀ ਨੇ ਬੜੀ ਮਿਹਨਤ ਦੇ ਨਾਲ ਵੱਖ-ਵੱਖ ਜਿਹੜੇ ਲਿਖਾਰੀ ਨੇ ਉਹਨਾਂ ਦਾ ਰੈਫਰੈਂਸ ਦੇ ਕੇ ਸਾਨੂੰ ਸਮਝਾਇਆ ਕਿ ਜੱਤ ਕੀ ਹੈ, ਔਰ ਬੜੀ ਨਵੀਆਂ ਗੱਲਾਂ ਲੱਭਦੀਆਂ ਨੇ। ਹੁਣ ਵੀਰ ਜੀ ਨੇ ਕਿਹਾ ਵੀ ਛੁਲੇ ਖੁੱਲ ਕੇ ਆਵਾਜ਼ ਨਿਕਲੇ ਤੇ ਖੁੱਲ ਕੇ ਆਪਣਾ ਹੱਥ ਵੱਜਦੇ ਨੇ ਆਪਣਾ ਤਬਲੇ ਤੇ, ਤਾਂ ਉਹਨੂੰ ਜੱਤ ਕਹਿੰਦੇ ਨੇ। ਤੋ ਅੱਗੇ ਤਾਂ ਕੇਵਲ ਸੁਣਦੇ ਹੀ ਸਾਂ, ਤੇ ਹੁਣ ਇਹਨਾਂ ਨੇ ਦੱਸਿਆ, ਤੇ ਹੁਣ ਜਿਸਲੇ ਕੀਰਤਨ ਸੁਣਾਂਗੇ ਤੇ ਆਪਣੇ ਆਪ ਉਸ ਜੱਤ ਦਾ ਸਾਨੂੰ ਆਨੰਦ ਆਏਗਾ। ਧੰਨਵਾਦ ਵੀਰ ਜੀ ਆਪ ਜੀ ਦਾ ਵੀ, ਔਰ ਜਿਹੜੇ ਸਵਾਲ ਕਰਤਾ ਨੇ ਸਰ ਸੁਰਜੀਤ ਸਿੰਘ ਜੀ ਫਿਰੋਜ਼ਪੁਰ ਤੋਂ, ਉਹਨਾਂ ਦਾ ਵੀ ਧੰਨਵਾਦ। ਤੋ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਹੈ ਡਾਕਟਰ ਸੁਰਿੰਦਰ ਸਿੰਘ ਜੀ ਵੱਲੋਂ। ਉਹ ਕਹਿੰਦੇ ਨੇ ਵੀ ਬਾਣੀ 'ਚ ਜਿਸ ਵੇਲੇ ਪੜ੍ਹਿਆ ਜਾਂਦਾ ਹੈ, ਕਈਆਂ ਤੁਕਾਂ 'ਚ ਆਉਂਦਾ ਕੱਕਾ ਹਾਹੇ ਨੂੰ ਔਂਕੜ ਕਹੋ ਨਾਨਕ, ਤੇ ਕਈਆਂ ਸ਼ਬਦਾਂ ਨਾਲ ਆਉਂਦਾ ਕਹੋ ਨਾਨਕ ਕੱਕਾ ਹਾਹੇ ਨੂੰ ਔਂਕੜ। ਤੇ ਉਹ ਪੁੱਛਦੇ ਨੇ ਵੀ ਇਹ ਜੋ ਕਹੋ ਲਫ਼ਜ਼ ਹੈ ਇਹਦਾ ਉਚਾਰਨ ਹੇ ਨਾਨਕ ਹੈ ਜਾਂ ਕੋਈ ਹੋਰ ਹੈ। ਤੇ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਕਿ ਕਿਉਂਕਿ ਉਹ ਜਿਹੜੇ ਗ੍ਰਾਮਰ ਦੇ ਵਿਸ਼ੇ ਨੇ ਵੀਰ ਜਗੀਰ ਸਿੰਘ ਤੇ ਸਰ ਕਿੱਕਰ ਸਿੰਘ ਜੀ ਨਿਭਾਉਂਦੇ ਨੇ, ਤੋ ਇਹ ਵੀ ਇਸ ਅੱਖਰ ਬਾਰੇ ਕੱਕਾ ਹਾਹੇ ਨੂੰ ਔਂਕੜ ਜਗੀਰ ਸਿੰਘ ਜੀ ਸਾਨੂੰ ਦੱਸੋ ਤੁਸੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਜੀ ਹੁਕਮੀ ਭਵਿਸ਼ਟ ਕਾਲ ਮੱਧਮ ਪੁਰਖ ਇੱਕ ਵਚਨ, ਮਤਲਬ ਇੰਪੈਰੇਟਿਵ ਸੈਂਟੈਂਸ ਹੋਣ, ਸੈਕੰਡ ਪਰਸਨ ਹੋਵੇ, ਸਿੰਗੂਲਰ ਨੰਬਰ ਹੋਵੇ, ਇਹਦੇ ਵਿੱਚ ਜਿਹੜੀ ਕਿਰਿਆ ਹੁੰਦੀ ਹੈ, ਕਿਰਿਆ ਵਾਲੇ ਸ਼ਬਦ ਦੇ ਅੰਤ ਵਿੱਚ ਔਂਕੜ ਲੱਗਦਾ। ਕੋਈ ਵੀ ਕਿਰਿਆ ਹੋਵੇ, ਹੁਕਮੀ ਭਵਿਸ਼ਟ ਕਾਲ ਹੋਵੇ, ਮੱਧਮ ਪੁਰਖ ਦਾ ਮਤਲਬ ਹੈ ਸੈਕੰਡ ਪਰਸਨ ਹੋਵੇ, ਇੱਕ ਵਚਨ ਹੋਵੇ, ਤਾਂ ਜਿਹੜੀ ਕਿਰਿਆ ਹੈਗੀ ਆ ਉਹਦੇ ਲਾਸਟ ਵਾਲੇ ਅੱਖਰ ਨੂੰ ਨਾ ਜੀ ਔਂਕੜ ਲੱਗਦਾ ਜੀ। ਜਿਵੇਂ ਅੱਜ ਦਾ ਗੁਰਬਾਣੀ ਵਿੱਚ ਮੁੱਦੇ ਤੂੰ ਚੱਲ ਗੁਰ ਕੇ ਭਾਏ, ਇਹ ਚੱਲ ਦੇ ਚੱਚਾ ਲੱਲੇ ਨੂੰ ਔਂਕੜ ਲੱਗਿਆ ਹੋਇਆ, ਇਹ ਕਿਰਿਆ ਹੈਗੀ ਹੈ। ਇਹਦਾ ਮਤਲਬ ਹੈ ਤੂੰ ਚੱਲ ਜੀ। ਚੱਲ, ਤੂੰ ਚੱਲ ਮਤਲਬ ਅੱਗੇ ਵਾਸਤੇ ਚੱਲ, ਵੀ ਅੱਗੇ ਭੱਜ ਮਨ ਮੇਰੇ ਇੱਕੋ ਨਾਮ। ਇਹ ਭੱਜ ਦੇ ਜੱਜੇ ਨੂੰ ਔਂਕੜ ਲੱਗਿਆ ਹੋਇਆ, ਇਹ ਕਿਰਿਆ ਹੈਗਾ। ਇਹ ਹੁਕਮੀ ਭਵਿਸ਼ਟ ਕਾਲ ਹੈਗਾ, ਮਤਲਬ ਹੁਕਮ ਕੀਤਾ ਗਿਆ ਇਹਦੇ ਵਿੱਚ। ਇਹਦੇ ਦਾ ਵੀ ਅਰਥ ਹੈਗਾ ਵੀ ਤੂੰ ਭਜਨ ਕਰ। ਤਿਸਕੀ ਸਰਨੀ ਪਰਮ ਨਾ ਤਿਸ ਜੇੜ ਅਵਰ ਨਾ ਕੋਏ। ਪਰ ਦਾ ਮਤਲਬ ਇਹ ਹੈ ਪੈਣਾ ਜੀ, ਪੱਪਾ ਰਾਰੇ ਦੇ ਔਂਕੜ ਲੱਗਿਆ ਹੋਇਆ, ਇਹਦਾ ਮਤਲਬ ਤੂੰ ਪਾਓ ਜੀ। ਇਸੇ ਤਰ੍ਹਾਂ ਹੋਰ ਵੀ ਗੁਰਬਾਣੀ ਵਿੱਚ ਬਹੁਤ ਸ਼ਬਦ ਨੇ, ਜਿਵੇਂ ਉਚਰ, ਆਖ, ਸਮਝ, ਸੰਮਲ, ਹੋ, ਕਹੋ, ਚਾਖ, ਚੱਲ, ਜਾਗ, ਜਾਣ, ਜਾਲ, ਦੇਖ, ਪੇਖ, ਪਛਾਣ, ਬੈਸ ਜੀ, ਬੈਠ, ਭੱਜ, ਰਹੋ, ਰੱਖ, ਲਿਖ, ਬਿਸਰ, ਵੇਖ। ਹੋਰ ਵੀ ਬੇਅੰਤ ਸ਼ਬਦ ਨੇ, ਇਹ ਸਾਰੇ ਕਿਰਿਆ ਹੈਗੇ ਨੇ। ਇਹ ਸਾਰੇ ਆਪਣੇ ਹੁਕਮੀ ਭਵਿਸ਼ਟ ਕਾਲ ਹੈਗਾ, ਇੰਪੈਰੇਟਿਵ ਸੈਂਟੈਂਸ ਹੈਗੇ ਨੇ। ਇਹਨਾਂ ਸਾਰਿਆਂ ਦੇ ਨਾਲ ਅਖੀਰਲੇ ਅੱਖਰ ਨੂੰ ਔਂਕੜ ਲੱਗਿਆ ਹੋਇਆ। ਇਸੇ ਤਰ੍ਹਾਂ ਜਿਹੜਾ ਸੋ ਜਿਹੜਾ ਹੈਗਾ ਆਪਣੇ ਕਹੋ ਹੈਗਾ ਸ਼ਬਦ ਜਿਹੜਾ ਹੈਗਾ, ਕੱਕਾ ਹਾਹੇ ਨੂੰ ਔਂਕੜ ਲੱਗਿਆ ਹੋਇਆ, ਇਹ ਵੀ ਇੱਥੇ ਹੁਕਮੀ ਭਵਿਸ਼ਟ ਕਾਲ ਹੈ, ਇੰਪੈਰੇਟਿਵ ਸੈਂਟੈਂਸ ਹੈਗਾ। ਇਹਦਾ ਅਰਥ ਬਣ ਗਿਆ ਤੂੰ ਆਖ। ਕਹੋ ਦਾ ਮਤਲਬ ਹੈ ਤੂੰ ਆਖ, ਮਤਲਬ ਨਾਨਕ ਦਾ ਅਰਥ ਹੈ, ਨਾਨਕ ਦਾ ਕੱਕਾ ਮੁਕਤਾ ਹੈਗਾ, ਇਸ ਕਰਕੇ ਇਹਦਾ ਅਰਥ ਬਣ ਗਿਆ ਹੇ ਨਾਨਕ। ਤੇ ਕਹੋ ਨਾਨਕ ਦਾ ਅਰਥ ਬਣ ਗਿਆ ਹੇ ਨਾਨਕ ਆਖ, ਮਤਲਬ ਨਾਨਕ ਕਿਹਨੂੰ ਕਹਿ ਰਹੇ ਨੇ? ਆਪਣੇ ਮਨ ਨੂੰ ਕਹਿ ਰਹੇ ਨੇ, ਸਮਝਾ ਸਾਨੂੰ ਰਹੇ ਨੇ, ਕਹਿ ਆਪਣੇ ਆਪ ਨੂੰ ਰਹੇ ਨੇ। ਮਤਲਬ ਹੇ ਅਰਥ ਬਣ ਗਿਆ ਜੀ ਹੇ ਨਾਨਕ ਆਖ। ਇਸ ਤਰ੍ਹਾਂ ਜਿਹੜਾ ਮਨ ਹੈ ਉਹ ਮੱਧਮ ਪੁਰਖ ਬਣ ਗਿਆ, ਇੱਕ ਵਚਨ ਬਣ ਗਿਆ। ਇਸ ਤਰ੍ਹਾਂ ਆਈ ਗ੍ਰੰਥ ਦੇ ਵਿੱਚ ਜਾਂ ਗੁਰਬਾਣੀ ਸੱਚ ਵਿੱਚ ਇਸ ਦੇ ਅਰਥ ਕੀਤੇ ਹਨ ਨਾਨਕ ਆਖਦਾ ਹੈ, ਜੋ ਠੀਕ ਨਹੀਂ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਕੀਤੇ ਹਨ ਹੇ ਨਾਨਕ ਆਖ। ਇਹ ਹੀ ਅਰਥ ਬਿਲਕੁਲ ਠੀਕ ਹਨ, ਜੋ ਵਿਆਕਰਨ ਅਨੁਸਾਰ ਠੀਕ ਢੁਕਦੇ ਹਨ। ਇਸ ਨੂੰ ਬੇਨਤੀ ਹੈ ਇਹਦਾ ਧਿਆਨ ਰੱਖਣਾ ਵੀ ਇਹ ਸ਼ਬਦ ਜਿਹੜਾ ਹੈ ਕਹੋ ਨਾਨਕ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਵਿੱਚ ਬਹੁਤ ਵਾਰੀ ਆਇਆ ਹੋਇਆ, ਇਸ ਲਈ ਇਹਦਾ ਅਰਥ ਬਣ ਗਿਆ ਜੀ ਹੇ ਨਾਨਕ ਆਖ।
ਨਾਨਕ ਆਖਦਾ ਹੈ, ਇਹ ਨਹੀਂ ਇਦਾਂ ਅਰਥ ਨਹੀਂ ਬਣਨਾ, ਕੋਈ ਹੋਰ ਅਰਥ ਨਹੀਂ ਬਣਨੇ, ਅਰਥ ਇਹੀ ਬਣਨਗੇ, ਹੇ ਨਾਨਕ ਆਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵੀਰ ਜੀ ਨੇ ਦੱਸਿਆ ਵੀ ਆਈ ਗ੍ਰੰਥ ਵਿੱਚ ਜਿਹੜੇ ਸਾਡੇ ਐਪ ਹੈ ਉਹਦੇ ਜਿਹੜੇ ਦਿੱਤੇ ਨੇ ਉਹ ਅਰਥ ਠੀਕ ਨੇ। ਮੈਂ ਇੱਕ ਵਾਰੀ ਅੱਗੇ ਵੀ ਬੇਨਤੀ ਕੀਤੀ ਸੀ ਕਿ ਠੀਕ ਹੈ ਕਿ ਸਮੇਂ ਦੇ ਮੁਤਾਬਕ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ, ਉਹਨਾਂ ਦੀ ਵਰਤੋਂ ਵੀ ਕਰਨੀ ਚਾਹੀਦੀ, ਪਰ ਸਾਨੂੰ ਡਿਪੈਂਡੈਂਸ ਜਿਹੜੀ ਹੈ ਸਮਾਂ ਕੱਢ ਕੇ ਉਹ ਜਿਹੜੀਆਂ ਸੈਂਚੀਆਂ ਨੇ ਉਹ ਰਿਪਾਰਟ ਕਰਨ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਸੈਂਚੀਆਂ, ਪਿੱਛੇ ਸਾਹਿਬ ਮਨਮੋਹਨ ਸਿੰਘ ਨੇ ਬੜਾ ਇਹਦੇ ਬਾਰੇ ਵਿਸਥਾਰ ਦੱਸਿਆ ਸੀ। ਤਾਂ ਕੋਈ ਹਰਜ ਨਹੀਂ ਹੈ ਜਿਹੜੀ ਅਸੀਂ ਇਹ ਐਪਸ ਵਰਤਦੇ ਹਾਂ ਆਪਣੇ ਟੈਲੀਫੋਨ ਤੇ ਜਾਂ ਲੈਪਟਾਪ ਵਗੈਰਾ ਤੇ, ਪਰ ਇਹਨਾਂ ਵਿੱਚ ਕਈ ਗਲਤੀਆਂ ਜਿਹੜੀਆਂ ਨੇ ਆਉਂਦੀਆਂ। ਔਰ ਇੱਕ ਐਪ ਜਿਹੜੀ ਸਾਡੇ ਆਪਣੀ SRM ਹੈ ਉਹ 'ਚ ਵੀ ਇੱਕ ਦੋ ਅੱਖਰ ਮਿਸਿੰਗ ਨੇ। ਮੈਂ ਗੱਲ ਕੀਤੀ ਹਰਜੀਤ ਸਿੰਘ ਜੀ ਨਾਲ ਵੀ, ਤਾਂ ਉਹ ਵੀ ਕੋਸ਼ਿਸ਼ ਕਰਾਂਗੇ ਠੀਕ ਕਰਾਉਣ ਦੀ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀਆਂ ਹੈਗੀਆਂ ਨੇ ਐਪਸ, ਇਹਨਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਲੱਭਦੀਆਂ ਨੇ ਥਾਂ ਥਾਂ, ਤੇ ਇਸ ਕਰਕੇ ਸਾਨੂੰ ਇਹ ਕਨਵੀਨੀਅੰਸ ਦੇ ਅਸੀਂ ਵਰਤਦੇ ਜ਼ਰੂਰ ਆ, ਵਰਤਣਾ ਚਾਹੀਦਾ, ਪਰੰਤੂ ਜੇ ਸਮਾਂ ਹੋਵੇ ਤਾਂ ਫਿਰ ਸਾਨੂੰ ਜ਼ਰੂਰ ਜਿਹੜੇ ਸਾਡੇ ਕਿਤਾਬਾਂ ਨੇ ਜਾਂ ਸੈਂਚੀਆਂ ਨੇ ਜਾਂ ਜਿਹੜੇ ਟੀਕੇ ਨੇ ਉਹਨਾਂ ਤੇ ਹੀ ਸਾਨੂੰ ਜ਼ਿਆਦਾ ਡਿਪੈਂਡ ਕਰਨਾ ਚਾਹੀਦਾ। ਗਲਤੀ ਤਾਂ ਉੱਥੇ ਵੀ ਹੋ ਸਕਦੀ ਹੈ ਪਰ ਉੱਥੇ ਬਹੁਤ ਘੱਟ ਹੈ। ਇਹਨਾਂ ਵਿੱਚ ਜਿਹੜੀ ਹੈ ਕਿਉਂਕਿ ਡਿਫਰੈਂਟ ਡਿਵੈਲਪਰਸ ਨੇ ਇਹ ਬਣਾਈਆਂ ਨੇ ਐਪਸ, ਤੇ ਇਸ ਕਰਕੇ ਉਹਨਾਂ 'ਚ ਗਲਤੀਆਂ ਦੇ ਚਾਂਸ ਹੈ ਨੇ, ਸਪੈਲਿੰਗ 'ਚ ਵੀ ਕਈ ਗਲਤੀਆਂ ਹੁੰਦੀਆਂ। ਤਾਂ ਵੀਰ ਜਗੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ, ਉਹਨਾਂ ਨੇ ਪੂਰੇ ਵਿਸਥਾਰ ਸਹਿਤ ਦੱਸਿਆ ਕਿ ਕਹੋ ਨਾਨਕ ਦਾ ਭਾਵ ਹੇ ਨਾਨਕ, ਪਰੰਤੂ ਆਪਣੇ ਆਪ ਨੂੰ ਆਖਿਆ, ਸਾਨੂੰ ਸਮਝਾਇਆ, ਪਰ ਉਹਨਾਂ ਆਪਣੇ ਆਪ ਨੂੰ ਫਸਟ ਪਰਸਨ ਦੇ ਤੌਰ ਤੇ ਗੱਲ ਕੀਤੀ ਹੈ। ਤਾਂ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਜਿਨ੍ਹਾਂ ਨੇ ਸਵਾਲ ਕੀਤਾ, ਡਾਕਟਰ ਸੁਰਿੰਦਰ ਸਿੰਘ ਜੀ, ਇਹ ਉਮੀਦ ਹੈ ਸੰਗਤ ਹਨ ਤਾਂ ਉਹਨਾਂ ਨੂੰ ਇਹਦਾ ਜਵਾਬ ਮਿਲ ਗਿਆ ਹੋਵੇਗਾ। ਬਾਕੀ ਸੰਗਤ ਵੱਲੋਂ ਵੀ ਜੋ ਵੀ ਕੋਈ ਇਨਪੁਟ ਹੋਵੇ ਉਹ ਹਰ ਵੇਲੇ ਵੈਲਕਮ ਹੈ ਜੀ। ਧੰਨਵਾਦ। ਤਾਂ ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਸਾਹਿਬ ਪ੍ਰੇਮ ਸਿੰਘ ਜੀ ਜਲੰਧਰ ਤੋਂ ਉਹ ਪੁੱਛਦੇ ਨੇ ਕਿ ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ। ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ 335 ਪੰਨਾ ਤੇ। ਉਹ ਪੁੱਛਦੇ ਨੇ ਵੀ ਇਹਦਾ ਸਾਨੂੰ ਸੰਖੇਪ ਅਰਥ ਭਾਵ ਜਿਹੜਾ ਉਹ ਦੱਸੋ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਤੇ ਚਾਨਣਾ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਜਿਹਦੇ ਬਾਰੇ ਸਵਾਲ ਵੀਰ ਜੀ ਨੇ ਕੀਤਾ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਕਰਾਇਆ ਗਿਆ ਹੈ। ਆਓ ਪਹਿਲਾਂ ਇੱਕ ਵਾਰੀ ਇਹਦਾ ਪਾਠ ਕਰ ਲਈਏ। ਇਹ ਰਾਗ ਗੌੜੀ ਦੇ ਵਿੱਚ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ। ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ, 60 ਸੂਤ ਨਵ ਖੰਡ 72, ਪਾਟ ਲਗੋ ਅਧਿਕਾਈ। ਗਈ ਬੁਨਾਵਨ ਮਾਹੋ, ਪਰ ਛੋੜਿਆ ਜਾਏ ਜੁਲਾਹੋ। ਗਈ ਬੁਨਾਵਨ ਮਾਹੋ, ਪਰ ਛੋੜਿਆ ਜਾਏ ਜੁਲਾਹੋ ਰਾਹੋ। ਗਜੀ ਨਾ ਮਿਨੀਐ, ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ। ਜੋ ਕਰ ਪਾਚਨ ਬੇਗ ਨਾ ਪਾਵੈ, ਝਗਰ ਕਰੈ ਘਰ ਹਾਈ। ਜਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਤ ਆਈ। ਛੂਟੇ ਕੁੰਡੇ ਭੀਗੈ ਪੁਰੀਆ, ਚਲਿਓ ਜੁਲਾਹੋ ਰੀਸਾਈ। ਸੋਚੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਜਾਈ। ਛੋੜ ਪਸਾਰ ਇਹਾਂ ਰਹੋ ਬਪੁਰੀ, ਕੋ ਕਬੀਰ ਸਮਝਾਈ। ਜਿਵੇਂ ਇਹ ਗੱਲ ਅਸੀਂ ਅਨੇਕ ਵਾਰ ਵੀ ਇੱਥੇ ਇਸ ਕਲਾਸ ਵਿੱਚ ਕਰ ਚੁੱਕੇ ਹਾਂ ਸਾਂਝੀ, ਕਿ ਸ਼ਬਦ ਦਾ ਜੋ ਕੇਂਦਰੀ ਭਾਵ ਹੁੰਦਾ ਹੈ, ਜਿਹਦੇ ਦੁਆਲੇ ਬਾਕੀ ਸ਼ਬਦ ਦੇ ਪਦੇ ਉਹਦੇ ਨਾਲ ਮਿਲਦੇ ਅਰਥਾਂ ਵਾਲੇ ਹੁੰਦੇ ਹਨ, ਤਾਂ ਉਹ ਹੈ ਰਾਹੋ ਦਾ ਪਦਾ। ਤਾਂ ਇਸ ਸ਼ਬਦ ਦਾ ਜੋ ਰਾਹੋ ਦਾ ਪਦਾ ਹੈ ਉਹ ਹੈ ਗਈ ਬੁਨਾਵਨ ਮਾਹੋ, ਘਰ ਛੋੜਿਆ ਜਾਏ ਜੁਲਾਹੋ। ਇਸ ਸ਼ਬਦ ਦੇ ਵਿੱਚ ਕਬੀਰ ਜੀ ਨੇ ਮਨੁੱਖੀ ਜੋ ਸਰੀਰ ਹੈ, ਜੋ ਜਾਮਾ ਹੈ, ਉਹ ਉਸਦੀ ਤੁਲਨਾ ਇੱਕ ਜੁਲਾਹੇ ਦੇ ਨਾਲ ਕੀਤੀ ਹੈ। ਤੇ
ਉਸ ਨੂੰ ਇਸ ਸ਼ਬਦ ਨੂੰ ਸਮਝਣ ਵਾਸਤੇ तो ये जरूरी हो जाएगा कि सानू थोड़ा जिहा जुलाहे दे जो काम करन दा तरीका है, जिस तरीके दी चीज़ां वो इस्तेमाल करदा है, ਉਹਦੇ बारे सानू जानकारी होवे। तो माहो लफ्ज़ का जो अर्थ है वो है वाशना, मनुखी मन दियां वाशनावां जो साडे मन दे अंदर इच्छावां पैदा होंदियां ने, दुनियावी पदार्थां दियां या अपने इज्जत दियां, अपने या होर जिन्ने भी साडे मन दे फुरने हुंदे हन, साडे मोह दा कोई संबंध है, कोई किसी नाल जो भी असी चीज़ां प्राप्त करन वास्ते जो मन दियां इच्छावां ने, उन्हां वास्ते ये लफ्ज़ जो है माहो वरतिया गया है। तो कबीर जी इस पंक्ति विच कह रहे हैं कि मनुख दा जिहड़ा जन्म है ਉਹਦਾ मूल कारण ही ये वाशना है कि ਉਹਦੇ ਅੰਦਰ एक कुछ इच्छावां पैदा ਹੁੰਦੀਆਂ ਨੇ कि ਮੈਨੂੰ कुछ चीज़ां ਚਾਹੀਦੀਆਂ ਨੇ, ਇਹ ਸੁੱਖ ਚਾਹੀਦੇ ਨੇ। तो ये वाशनावां ਜਿਹੜੀਆਂ ਨੇ ਉਹਦੇ ਇਹ जन्म ਦਾ ਕਾਰਨ ਬਣਦੀਆਂ ਨੇ ਤੇ परमात्मा ਦੇ ਦਰ ਘਰ ਤੋਂ ਵਿਛੜ ਕੇ ਤੇ जन्म ਲੈ ਲੈਂਦਾ ਹੈ। ਘਰ ਛੋੜਿਆ ਜਾਏ ਜੁਲਾਹੋ, ਜਾਏ ਦਾ अर्थ हैगा जन्म ਲੈਣਾ। जिवें आप जी ने आम तौर पर मुहावरा सुनिया होएगा, हमसाए माँ प्यो जाए, उत्थे भी जाए का मतलब है जम्मे। तो हमसाए का अर्थ होंदा है गुआंढी, पड़ोसी, नेबर, ते माँ प्यो जाए मतलब माँ प्यो के जम्मे। उत्थे उस मुहावरे का मतलब है कि जेडे साडे गुआंढी ने वो साडे माँ प्यो जम्मे वर्गे ने, भाव साडे भैन भरा ने। कहन तो भाव सीगा कि जाए अखर का जो अखरी अर्थ है वो है जन्म लेना। वैसे जाए असी जान आन जान इस अर्थां च भी वरतदे हां, और जाए लफज जगह के वास्ते भी आंदा है। दूजी नाही जाए, उत्थे उहदा अर्थ हुंदा है कोई दूजी जगह नहीं है। पर इस शब्द के अंदर जो लफज जाए वरतिया गया है उहदा अर्थ है जन्म। तो घर छोड़िया परमात्मा का घर छड्ड के जीव आत्मा जन्म लैंदी है, मानो एक जुलाहे दी न्याई। तो जीव आत्मा नूं कबीर साहब एक जुलाहे की तुलना दे रहे हैं। ते अगों सारे शब्द के अंदर जो काम जुलाहा करता है उन्हां चीज़ां दी रेफरेंस दे के ते फिर जो जीवन का मनोरथ है उहदे बारे सानू सेध देंदे हन। सो शब्द का आरंभ जो पहले पदे च कबीर जी कह रहे हैं, गज नव गज 10 गज 21 पुरिया एक तनाई। ये जो लफज है स्पैलिंग हैं गग्गा ते जज्जा। तो पढ़िया तो जाता है इनू गज, पर गज का अर्थ होंदा है हाथी, ते गज होंदा हैगा जिहड़ा एक्चुअली उर्दू फारसी तो ये लफज आया है गज मिनन वाला। जिस तरह असी डिस्टेंस मेजर करना होवे तो इंच फुट ते गज होंदे हन, अजकल मीटर सेंटीमीटर होंदे हन। तो पुराना जो नाप मापदंड का तरीका सी वो सन इंच फुट ते गज, ते फिर अगों फरलांग और मील इस तरह होंदे सी। तो एक गज जिहड़ा है वो 3 फुट का होंदा है या 36 इंच का होंदा है। जे सेंटीमीटर गिनीए तो तकरीबन 91 सेंटीमीटर के बराबर एक गज होंदा है। तो पुराने जमाने च नाप का जो तरीका सी खास तौर पर कपड़े वगैरह नूं मिलण वास्ते ये गज वरते जाते सी। तो ये गजां की गल हो रही है जिहदे नाल कपड़ा मिनिया जाता है। नव का अर्थ है 9, 10 का अर्थ 10, 21 का 21। तो कबीर जी कह रहे हैं कि 9 गज 10 गज ते 21 गज ये 3 वक्खो वक्खरी किस्म दीयां चीज़ां हन जिन्हों कुल मिला के 40 गज की पूरी एक ताना जड़ा है वो तनिया गया है। वो जड़ा कपड़ा बुनना है जुलाहे ने ਉਹਦੇ ਵਿੱਚ ਕੀ ਹੁੰਦਾ है कि एक पासे ताना ਹੁੰਦਾ एक पासे पेटा ਹੁੰਦਾ है, यानी कि एक ग्रिड ਹੁੰਦੀ है, एक लंबाई वाले पासे ਤੇ एक फिर ਉੱਪਰੋਂ ਥੱਲੇ वाले। ਜਿਵੇਂ क्रॉसवर्ड ਹੁੰਦੀ है ਉਹਦੇ ਅੰਦਰ ਵੀ ਕੁਝ ਅਕ੍ਰॉस वर्ड्स ਹੁੰਦੇ ਹਨ, कुछ डाउन अप तो डाउन ਹੁੰਦੇ ਹਨ। तो एक ग्रिड बनी ਹੁੰਦੀ है। ਇਵੇਂ ਹੀ कपड़ा बुनन वास्ते भी ਧਾਗਿਆਂ ਨੂੰ एक ग्रिड ਦੇ ਵਿੱਚ ਤਾਣਾ और पेटा ਉਹਨੂੰ ਕਿਹਾ ਜਾਂਦਾ है। एक हॉरिजेंटल ਧਾਗਿਆਂ ਦੀ ਲੜੀ ਹੁੰਦੀ है ਤੇ एक वर्टिकल ਹੁੰਦੀ ਹੈਗੀ ਹੈ। तो ਉਹਨਾਂ ਨੂੰ ਤਾਣਾ और पेटा ਕਿਹਾ ਜਾਂਦਾ ਹੈ। तो ਇੱਥੇ ਗੱਲ ਹੋ ਰਹੀ ਹੈ ਕਿ ਵੀ ਹੁਣ ਇੱਕ ਤਾਣਾ ਜਿਹੜਾ ਪੂਰਾ ਹੈ ਪੂਰੇ 40 ਗਜ਼ ਦੀ ਇੱਕ ਤਾਣੀ ਜਿਹੜੀ ਹੈ ਤਣੀ ਜਾਂਦੀ ਹੈ। ਕਿ ਕਬੀਰ ਜੀ ਕਹਿੰਦੇ ਆ ਕਿ ਜਦੋਂ ਜੀਵ ਜਨਮ ਲੈਂਦਾ ਹੈ ਤਾਂ ਮਾਨੋ ਇੱਕ ਤਾਣੀ ਜਿਹੜੀ 40 ਗਜ਼ ਦੀ ਤਿਆਰ ਹੋ ਜਾਂਦੀ ਹੈ। ਉਹਦੇ ਹਿੱਸੇ ਕੀ ਨੇ? ਉਸ 40 ਗਜ਼ ਦੀ ਤਾਣੀ ਦੇ
ਇਹ 9 ਦਾ ਉਹਦੇ ਵਿੱਚ ਗਜ਼ ਦੇ ਹੈਗੀਆਂ ਜਿਹੜੀਆਂ 9 ਗੋਲਕਾਂ ਜਾਂ 9 ਦੁਆਰੇ ਜਿਨ੍ਹਾਂ ਨੂੰ ਕਹਿੰਦੇ ਹਨ, ਯਾਨੀ 2 ਅੱਖਾਂ, 2 ਕੰਨ, 1 ਜ਼ਬਾਨ ਤੇ ਆਪਣਾ ਨੱਕ ਹੋ ਗਿਆ, ਤੇ ਇਸ ਤਰ੍ਹਾਂ ਜਿਹੜੇ ਹੋਰ ਦੁਆਰੇ ਹਨ ਜੋ ਸਰੀਰ ਦੇ ਵਿੱਚੋਂ ਗੰਦਗੀ ਕੱਢਣ ਵਾਸਤੇ ਪਿਸ਼ਾਬ ਔਰ ਟੱਟੀ ਦੇ ਜੋ ਰਸਤੇ ਹਨ। ਤਾਂ ਇਸ ਤਰ੍ਹਾਂ ਮਿਲਾ ਕੇ ਜਿਹੜੇ 9 ਜਿਹੜੇ ਦੁਆਰ ਹਨ, ਇਹ ਉਹਨਾਂ ਨੂੰ 9 ਗੋਲਕਾਂ ਵੀ ਕਿਹਾ ਜਾਂਦਾ ਹੈ। ਤਾਂ ਇਹ 9 ਗੋਲਕਾਂ ਇਹ ਇਨਸਾਨ ਦੇ ਸਰੀਰ ਵਿੱਚ ਉਹਨੂੰ ਪ੍ਰਾਪਤ ਹੁੰਦੀਆਂ ਹਨ। ਫਿਰ 10 ਗਜ਼, ਇਹ ਉਹਦੇ 10 ਇੰਦਰੇ ਹਨ, 5 ਕਰਮ ਇੰਦਰੇ ਤੇ 5 ਗਿਆਨ ਇੰਦਰੇ। ਤਾਂ ਉਹ ਜਿਹੜੇ ਹਨ ਇਹ 10 ਉਹ ਇੰਦਰੀਆਂ ਨੂੰ ਮਿਲਦੇ ਹਨ ਜਨਮ ਤੋਂ ਹੀ। ਇਹ 9 ਗੋਲਕਾਂ ਮਿਲਦੀਆਂ ਹਨ, 10 ਇੰਦਰੇ ਮਿਲਦੇ ਹਨ। ਫਿਰ 21 ਗਜ਼, तो 21 गज़ां की जो डिटेल लिखी गई है, जो दर्पण जिवें समझाया गया है, 5 सूक्ष्म तत्व, 5 असूल तत्व, 10 प्राण ते 1 मन। इस तो बाद डिटेल ये है नहीं है, और मैनू आप ये बारे कोई नॉलेज नहीं है कि भी ये 21 चीज़ां किहड़ियां ने, 5 किहड़े सूक्ष्म तत्व ने, किहड़े असूल तत्व ने, ते 10 प्राण दा की भाव है। मन तो चलो एक असी समझ सकते हैं भी इंसान का जो मन है, कॉन्शियस माइंड जिहड़ा है वो मन हो गया। बाकी 5 सूक्ष्म तत्व, 5 असूल तत्व और 10 प्राण लिखे, इन्हां टोटल करके 21 ये चीज़ां जिहड़ियां इंसान दे जन्म ते उहनूं नाल मिलदियां ने। तो लै दे के जो गल बनदी है इस पहली पंक्ति दी कि जदों इंसान जन्म लैंदा है तो उहनूं जन्म वेले ही 9 ये द्वार, 9 गोलकां, 10 इंद्रे और 21 जिहड़े हन ये तत्व मिलदे हन। तो इस तरह ये 40 हिस्से ਉਹਦੇ ਸਰੀਰ ਦੇ ਟੋਟਲ ਉਹਨੂੰ ਨਾਲ ਜਨਮ ਤੋਂ ਹੀ ਪ੍ਰਾਪਤ ਹੁੰਦੇ ਹਨ। तो ਇਹ ਕਬੀਰ ਜੀ ਦਾ ਗੱਲ ਸਮਝਾਉਣ ਦਾ ਤਰੀਕਾ ਹੈ ਕਿ ਇਸ ਚੀਜ਼ ਨੂੰ ਉਹਨਾਂ ਨੇ ਜੁਲਾਹੇ ਦੇ ਜੋ ਯੂਟਿਲਿਟੀਜ਼ ਹੈਗੀਆਂ ਨੇ, ਕਪੜਾ ਬੁਣਨ ਵਾਸਤੇ ਜੋ ਉਹਨੂੰ ਰॉ ਮਟੀਰੀਅਲ ਚਾਹੀਦਾ ਹੈ, ਜੋ ਚੀਜ਼ਾਂ ਚਾਹੀਦੀਆਂ ਹਨ, ਉਹਨਾਂ ਦੇ ਨਾਲ ਮੇਲ ਕਰਕੇ ਤੇ ਇਹ ਜੀਵਨ ਦੀਆਂ ਜੋ ਵਸਤੂਆਂ ਜੋ ਜਨਮ ਤੇ ਮਿਲਦੀਆਂ ਹਨ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਕੀਤਾ ਹੈ। ਇਹ ਸਭ ਕੁਝ ਕਰਨ ਦਾ ਭਾਵ ਕੀ ਹੁੰਦਾ ਹੈ ਕਿ ਜਿਸ ਬੰਦੇ ਨੂੰ ਅਸੀਂ ਗੱਲ ਸਮਝਾ ਰਹੇ ਹਾਂ ਉਹਨੂੰ ਉਹਦੀ ਬੋਲੀ ਵਿੱਚ, ਉਹਦੀ ਟਰਮੀਨੋਲੋਜੀ ਵਿੱਚ ਗੱਲ ਸਮਝਾਈ ਜਾਵੇ ਤਾਂ ਉਹਨੂੰ ਸੌਖੀ ਸਮਝ ਆ ਜਾਂਦੀ ਹੈ। ਜੇ ਕਿਸੇ ਕਿਸਾਨ ਦੇ ਨਾਲ ਗੱਲ ਕਰਨੀ ਹੈ ਤਾਂ ਅਗਰ ਜੇ ਕਿਸਾਨੀ ਦੀ, ਖੇਤ ਦੀ, ਬੀਜ ਦੀ, ਫਸਲ ਦੀ ਰਾਖੀ ਦੀ, ਵਾੜ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਸਹਿਜੇ ਹੀ ਗੱਲ ਸਮਝ ਆ ਜਾਏਗੀ। ਤਾਂ ਇਸ ਤਰੀਕੇ ਦਾ ਢੰਗ ਜਿਹੜਾ ਹੈ ਗੁਰੂ ਸਾਹਿਬਾਨ ਨੇ ਵੀ ਬੜੇ ਸ਼ਬਦਾਂ 'ਚ ਵਰਤਿਆ ਹੈ। ਫਿਰ ਕਈ ਤਰ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਨੇ, ਕਿਤੇ ਜੀਵ ਨੂੰ ਦੁਕਾਨਦਾਰ ਦੇ ਮਿਸਾਲ ਦਿੱਤੀ ਹੈ, ਕਿਤੇ ਘੋੜਸਵਾਰੀ ਦੀ ਮਿਸਾਲ ਦਿੱਤੀ, ਕਿਤੇ ਵਪਾਰੀ ਦੀ ਮਿਸਾਲ ਦਿੱਤੀ ਹੈ। तो ਵੱਖ-ਵੱਖ ਜਿਹੜੇ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਲੋਕ ਹਨ ਉਹਨਾਂ ਨੂੰ ਆਪਣੀ ਫੈਮਿਲੀਅਰ ਚੀਜ਼ਾਂ ਦੇ ਅਗਰ ਮਿਸਾਲਾਂ ਮਿਲਦੀਆਂ ਹਨ ਤੇ ਉਹਨਾਂ ਨੂੰ ਜਿਹੜੀ ਗੱਲ ਹੈ ਉਹ ਜ਼ਿਆਦਾ ਸੌਖੀ ਸਮਝ ਆ ਜਾਂਦੀ ਹੈ। तो ਇੱਥੇ ਲੱਗਦਾ ਹੈ ਕਿ ਇਸ ਸ਼ਬਦ ਵਿੱਚ ਕਬੀਰ ਜੀ ਨੇ ਆਪਣੀ ਜੋ ਜੁਲਾਹੀ, ਕਿਉਂਕਿ ਆਪ ਵੀ ਉਹ ਜੁਲਾਹੇ ਸਨ, ਤਾਂ ਆਪਣੀ ਜੁਲਾਹੇ ਕਮਿਊਨਿਟੀ ਦੇ ਲੋਕਾਂ ਨੂੰ ਹੀ ਗੱਲ ਸਮਝਾਉਣ ਵਾਸਤੇ ਉਹਨਾਂ ਨੇ ਇਸ ਸ਼ਬਦ ਦੇ ਵਿੱਚ ਜੁਲਾਹਿਆਂ ਦੇ ਵਰਤਣ ਵਾਲੀਆਂ ਚੀਜ਼ਾਂ ਦਾ ਵਰਣਨ ਕੀਤਾ ਹੈ। तो ये 9, 10 और 21 ये टोटल 40 चीज़ां हैं जो इंसान लैके जन्म वेले प्राप्त करके जन्म लैंदा है। तो कबीर जी कहते हैं कि इन्हां 40 चीज़ां नूं दातां नूं लैके मानो एक पूरी ताणी तैयार हो जाती है जिहड़ी कपड़े नूं बुनन वास्ते जरूरी है। फिर अगों पाटा, ये ताणे की गल हो गई। हुण पेटे की, जिहड़ा मान लो ताणा जिवें हो गया, मान लो हॉरिजेंटल जिहड़े हन ते पेटा हो गया वर्टिकल, जां दूजा भी हो सकता है कि वर्टिकल ताना होवे ते हॉरिजेंटल पेटा होवे। तो एक क्रॉस और एक वर्टिकल। तो अगले जिहड़ी पंक्ति फिर कहंदे हन कि 60 सूत नवखंड 72 पाठ लगो अधिकाई। 60 सूत जिहड़े हन वो 60 सूत्र भाव 60 नाड़ियां इंसान दे शरीर दे अंदर 60 नाड़ियां होंदियां ने। वो मानो लम्बे पासे दा जिहड़ा है वो ये 60 नाड़ियां हन। नवखंड, नवखंड हैगे ने 9 शरीर दे टोटे। वो 9 टोटे किस तरह ने? 4 टोटे गिन लो बावां दे, भाई मोढा और कोनी, 2 एक पासे ते 2 एक पासे, ये 4 टोटे हो गए। इसी तरह ही लत्तां दे भी 4 टोटे, एक ते जे जंघां जिथे लत्तां जुड़दियां ने उपर ते गोडे, तो 2 एक पासे 2 एक पासे, 4 और 4 8 ये टोटे हो गए। ते एक शरीर दा धड़ हो गया। ये मिला के शरीर दे 9 टुकड़े हैं। एक धड़, 4 टोटे बावां दे ते 4 टोटे लत्तां दे, इनू करके ये नवखंड ने 9 टोटे हैं। 72 जिहड़े हैं वो है छोटियां नाड़ियां।
60 ਨਾੜੀਆਂ ਵੱਡੀਆਂ ਤੇ 72 ਨਾੜੀਆਂ ਛੋਟੀਆਂ। ਤੇ ਇਹ ਪਾਠ ਲਗੋ ਅਧਿਕਾਈ ਕਿ ਇਹ ਜਿਹੜਾ ਹੈ ਜਿਹੜਾ ਪੇਟੇ ਦਾ ਜਿਹੜਾ ਕੰਮ ਕਰਦੀਆਂ ਨੇ ਅਕ੍ਰੋਸ ਜਿਹੜੀ ਧਾਗੇ ਹਨ, ਇੱਕ ਪਾਸੇ ਤਾਣੇ ਦੇ ਹੋ ਗਏ, ਇੱਕ ਪਾਸੇ ਪੇਟੇ ਦੇ ਹੋ ਗਏ। ਤੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਹੈ ਇਹਨੂੰ ਵਾਧੂ ਪੇਟਾ ਲੱਗਿਆ ਹੋਇਆ ਹੈ। ਇਸ ਤਰੀਕੇ ਦਾ ਇਹ 60 ਨਾੜੀਆਂ ਛੋਟੀਆਂ ਤੇ 60 ਨਾੜੀਆਂ ਵੱਡੀਆਂ ਤੇ 72 ਨਾੜੀਆਂ ਛੋਟੀਆਂ, ਸਰੀਰ ਦੇ 9 ਟੁਕੜੇ, ਇਹ ਮਾਨੋ ਪੇਟੇ ਦਾ ਕੰਮ ਕਰਦੀਆਂ ਹਨ। ਇਹ ਸਾਰੀਆਂ ਵਸਤੂਆਂ ਪ੍ਰਾਪਤ ਕਰਕੇ ਇਨਸਾਨ ਦਾ ਸਰੀਰ ਜਿਹੜਾ ਹੈ ਇਸ ਜਗਤ ਦੇ ਵਿੱਚ ਜਨਮ ਲੈਂਦਾ ਹੈ। ਜਨਮ ਲੈਂਦਾ ਕਿਉਂ ਹੈ? ਉਹ ਹੈ ਕਿਉਂਕਿ ਉਹਦੇ ਅੰਦਰ ਜਿਹੜੀ ਵਾਸ਼ਨਾ ਹੁੰਦੀ ਹੈ ਪਦਾਰਥਾਂ ਦੀ, ਮਾਇਆ ਦੀ, ਉਹ ਉਹਨੂੰ ਮਾਨੋ ਇਸ ਮਨੁੱਖਾ ਜਨਮ ਦੀ ਦੇਹੀ ਵਿੱਚ ਭੇਜ ਦਿੰਦੀ ਹੈ ਤੇ ਪ੍ਰਮਾਤਮਾ ਦੇ ਦਰ ਤੋਂ ਵਿਛੜ ਕੇ ਇੱਕ ਜੁਲਾਹੇ ਦੇ ਰੂਪ ਵਿੱਚ ਮਾਨੋ ਉਹ ਇਨਸਾਨ ਜਨਮ ਲੈਂਦਾ ਹੈ। ਹੁਣ ਅਗਲੇ ਪਦੇ ਚ ਕਬੀਰ ਜੀ ਕਹਿੰਦੇ ਹਨ ਕਿ ਗਜੀ ਨਾ ਮਿਨੀ ਗਜੇ ਨਾ ਮਿਨੀ ਹੈ, ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ, ਜੋ ਕਰ ਪਾਚਨ ਬੇਗ ਨਾ ਪਾਵੈ, ਅਗਰ ਕਰੈ ਕਰ ਹਾਈ। ਉਹ ਕਹਿੰਦੇ ਹਨ ਕਿ ਜੋ ਸਰੀਰ ਰੂਪੀ ਇਹ ਤਾਣੀ ਹੈ, ਇਹਨੂੰ ਇਸ ਤਰ੍ਹਾਂ ਗਜ਼ਾਂ ਦੇ ਨਾਲ ਮਿਣਿਆ ਨਹੀਂ ਜਾ ਸਕਦਾ। ਇਹ ਸਿਰਫ ਗੱਲ ਸਮਝਾਉਣ ਵਾਸਤੇ ਗੱਲ ਦੱਸੀ ਗਈ ਹੈ। ਇਹਨੂੰ ਇਹ ਨਹੀਂ ਹੈ ਕਿ ਵਾਕਈ ਤੁਸੀਂ ਗਜ਼ ਲੈ ਕੇ ਤੇ ਮਿਣਨੇ ਸ਼ੁਰੂ ਕਰ ਦਿਓ ਕਿ ਵੀ ਇਹ 9 ਗਜ਼ ਸਰੀਰ ਲੰਮਾ ਹੈ ਕਿ ਨਹੀਂ ਹੈ। ਸਰੀਰ ਤਾਂ ਆਮ ਤੌਰ ਤੇ ਬੰਦੇ ਦਾ ਮੁਸ਼ਕਲ ਨਾਲ 2 ਗਜ਼ ਹੀ ਹੁੰਦਾ ਹੈ। 6 ਫੁੱਟ ਐਵਰੇਜ ਦੇ ਆਸ-ਪਾਸ ਹੀ ਸਰੀਰ ਦੀ ਹਾਈਟ ਹੁੰਦੀ ਹੈ ਬੰਦੇ ਦੇ, ਕਿਸੇ ਦੀ ਘੱਟ ਕਿਸੇ ਦੀ ਵੱਧ। ਤੋਂ 8 ਫੁੱਟ ਤੋਂ ਲੰਮਾ ਅੱਜ ਤੱਕ ਕਿਸੇ ਨੇ ਬੰਦਾ ਨਹੀਂ ਵੇਖਿਆ ਤੇ ਸ਼ਾਇਦ 3 ਫੁੱਟ ਤੋਂ ਛੋਟਾ ਕੋਈ ਨਹੀਂ ਵੇਖਿਆ ਹੋਏਗਾ ਜਿਹੜਾ ਆਮ ਫੁੱਲੀ ਗਰੋਨ ਹੈ। ਜਿਹੜੇ ਬੋਣੇ ਵੀ ਨੇ ਉਹ ਵੀ 3 ਫੁੱਟ ਦੇ ਤਕਰੀਬਨ ਹੁੰਦੇ ਹੀ ਨੇ। ਤਾਂ ਲੈ ਦੇ ਕੇ ਉਹਦੇ ਆਸ-ਪਾਸ ਹੀ ਰਹਿੰਦੇ ਹਨ। ਤਾਂ 9 ਗਜ਼ ਹੋਣ ਜਾਂ 10 ਗਜ਼ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਹਨ ਕਿ ਵੀ ਇਹ ਗਜ਼ਾਂ ਨਾਲ ਮਿਣਨ ਦੀ ਗੱਲ ਨਹੀਂ ਮੈਂ ਕਰ ਰਿਹਾ, ਨਾ ਹੀ ਇਹਨਾਂ ਨੂੰ ਕਿਸੇ ਤੋਲ ਨਾਲ ਤੋਲਣ ਦੀ ਗੱਲ ਕਰ ਰਿਹਾ ਹਾਂ। ਇਹ ਮਨੁੱਖੀ ਸਰੀਰ ਜਿਹੜਾ ਹੈ, ਇਹਨੂੰ ਨਾ ਇਹ ਤਾਣੀ ਜਿਹੜੀ ਅਸੀਂ ਤਣੀ ਹੋਈ ਮਿਲੀ ਹੈ ਸਾਨੂੰ, ਇਹਨੂੰ ਗਜ਼ਾਂ ਨਾਲ ਨਹੀਂ ਮਿਣਿਆ ਜਾ ਸਕਦਾ, ਨਾ ਵੱਟੇ ਨਾਲ ਤੋਲਿਆ ਜਾ ਸਕਦਾ ਹੈ। ਹਾਂ, ਸਮਝਣ ਵਾਲੀ ਗੱਲ ਇਹ ਹੈ ਕਿ ਇਸ ਧਾਗੇ ਨੂੰ, ਇਸ ਸਰੀਰ ਦੇ ਧਾਗੇ ਨੂੰ ਜਿਹੜੀ ਪਾਨ ਚੜਾਣੀ ਹੈ ਨਾ, ਉਹ ਜ਼ਰੂਰੀ ਹੈ। ਜਿਹੜੀ ਇਹਨੂੰ 2.5 ਸੈਰ ਰੋਜ਼ ਖੁਰਾਕ ਚਾਹੀਦੀ ਹੈ। ਇਹ 2.5 ਸੈਰ ਖੁਰਾਕ, ਹੁਣ ਕੋਈ ਕੁਐਸਚਨ ਕਰ ਸਕਦਾ ਕਿ ਵੀ 2.5 ਸੈਰ ਕੌਣ ਖਾਂਦਾ ਹੈ? ਸਾਰੇ ਬੰਦਿਆਂ ਦੀ ਖੁਰਾਕ ਤਾਂ 2.5 ਸੈਰ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹ 2.5 ਸੈਰ ਜਿਹੜੇ ਨੇ ਕੱਚੇ ਹੈਗੇ। ਤੇ ਹੋ ਸਕਦਾ ਹੈ ਕਿ ਵੈਸੇ ਜਿਸ ਜ਼ਮਾਨੇ ਦੀ ਗੱਲ ਕਰਦੇ ਹੋਣਗੇ ਕਬੀਰ ਜੀ, ਉਦੋਂ ਲੋਕਾਂ ਦੀ ਚੰਗੀ ਖੁਰਾਕ ਹੁੰਦੀ ਹੋਏਗੀ, ਦਿਹਾੜੀ ਦਾ 2.5 ਸੈਰ ਖਾ ਵੀ ਲੈਂਦੇ ਹੋਣਗੇ। ਇਹਦਾ ਕੋਈ ਜ਼ਿਆਦਾ ਸਿਗਨੀਫਿਕੈਂਸ ਨਹੀਂ ਹੈ, ਇੱਕ ਸਿਰਫ ਸਮਝਾਉਣ ਦੀ ਗੱਲ ਹੈ। ਪਾਚਨ ਦਾ ਅਰਥ ਹੈ ਉਹ ਵਸਤੂ ਜਿਹੜੀ ਧਾਗੇ ਨੂੰ ਜਿਹੜੀ ਪਾਨ ਚੜਾਈ ਜਾਂਦੀ ਹੈ ਤਾਂ ਕਿ ਬੁਣਨ ਤੋਂ ਬਾਅਦ ਧਾਗਾ ਜਿਹੜਾ ਉਹ ਪੱਕਾ ਰਵੇ, ਵਿੱਚੇ ਟੁੱਟ ਨਾ ਜਾਏ। ਤੋਂ ਪਹਿਲਾਂ ਉਹਦੀ ਬੁਣਾਈ ਕਰਨ ਵੇਲੇ ਉਹਨੂੰ ਪਾਨ ਚੜਾਈ ਜਾਂਦੀ ਹੈ ਤੇ ਉਹਨੂੰ ਤਾਂ ਕਿ ਉਹਦੀ ਸਟਰੈਂਥ ਮੇਨਟੇਨ ਰਵੇ। ਤੋਂ ਇਸ ਨੂੰ ਸਰੀਰ ਦੇ ਨਾਲ ਇੰਝ ਜੋੜਿਆ ਹੈ ਕਿ ਸਰੀਰ ਦੀ ਸਟਰੈਂਥ ਮੇਨਟੇਨ ਰਵੇ, ਸਰੀਰ ਕਾਇਮ ਰਵੇ। ਇਹਦੇ ਵਾਸਤੇ ਇਹਨੂੰ ਰੋਜ਼ ਕੁਝ ਨਾ ਕੁਝ ਖੁਰਾਕ ਚਾਹੀਦੀ ਹੈ। ਉਹਨੂੰ ਕਬੀਰ ਜੀ ਨੇ 2.5 ਸੇਰ ਦਾ ਜੋ ਹੈ ਇੱਕ ਸਮਝੋ ਇੱਕ ਨਾਪ ਦੇ ਦਿੱਤਾ ਅੰਦਾਜ਼ੇ ਦਾ। ਜਿਵੇਂ ਗੁਰਬਾਣੀ 'ਚ ਇੱਕ ਜਗ੍ਹਾ ਹੋਰ ਵੀ ਪੰਕਤੀ ਆਉਂਦੀ ਹੈ ਕਿ 3.5 ਮਣ ਦੇਹਰੀ ਚੱਲੇ ਪਾਣੀ ਹਨ। ਹੁਣ ਸਭ ਦਾ ਭਾਰ 3.5 ਮਣ ਤੇ ਨਹੀਂ ਹੁੰਦਾ ਨਾ, ਭਾਵੇਂ ਉਹ ਕੱਚਾ ਮਨ ਜਿਹੜਾ ਉਹ 28 ਸੇਰ ਦਾ ਹੁੰਦਾ ਤੇ ਉਸ ਹਿਸਾਬ ਨਾਲ ਵੀ 98 ਸੇਰ ਭਾਰ ਹਰ ਕਿਸੇ ਦਾ ਨਹੀਂ ਹੁੰਦਾ। ਤਾਂ ਇੱਕ ਰੈਫਰੈਂਸ ਵਾਸਤੇ ਕੋਈ ਇੱਕ ਟਰਮ ਯੂਜ਼ ਕਰ ਲਈ ਜਾਂਦੀ ਹੈ ਅੰਦਾਜ਼ੇ ਵਾਸਤੇ। तो ये पाचन सेर अढ़ाई का मतलब है कि हर इंसान नू दिहाड़ी की 2.5 सेर खुराक चाहिए शरीर नू चलता रखने वास्ते, मेनटेन रखने वास्ते। तो क्या ये जा रहा कि जिहड़ा परमात्मा वालों बंदे नू शरीर मिलिया है उन्होंने ना गज़ां नाल मिनिया जा सकता है, ना पट्टियां नाल तोलिया जा सकता है, पर इनू मेनटेन करने वास्ते उन्होंने रोज़ की खुराक चाहिए है। तो जे इनू वक्त सिर खुराक ना मिले, जो कर पाचन बेग ना पावे, बेग दा अर्थ हुंदा है जल्दी, जिस वे चाहिए होवे उस वेले तत्फट। तो जे उन्होंने खुराक ना मिले वक्त सिर तो झगर करया कर हाई, तो फिर उस वेले समझो जिवें कहंदे ना भी एकदम एक्साइट हो जाता है बंदा, झगड़ा करने दे मूंह आ जाता है, तड़पना शुरू हो जाता है कि मैनू खुराक चाहिए मिली क्यों नहीं। तो कई बंदियां दी हालत बड़ी माड़ी होंदी जदों उन्होंने भुख लगी होवे तो झल्लियां वांग बिहेव करते हैं, फिर उन्होंने कुछ सुझदा नहीं है। तो उस अवस्था नूं कबीर जी ने अज बयान किया है ताकि शरीर विच मानो तरथली मच जाती है जे बंदे नूं वक्त सिर खुराक ना मिले। जो कर पाचन बेग ना पावे, झगर करया कर आई, वो उलड़न मरन नूं तैयार हो जाता है जे उन्होंने वक्त सिर खाना ना मिले। तो अगले पदे विच हुण गल करते हैं कि दिन की बैठ खसम की बरकस ये बेला कत आई। दिन की बैठ
ਦਿਨ ਕੀ ਬੈਠ ਦਾ ਮਤਲਬ ਹੈਗਾ ਕਿ ਇਨਸਾਨ ਦੀ ਬੈਠਕ, ਇਹਦੀ ਹੋਂਦ ਕੁਝ ਦਿਨਾਂ ਦੀ ਹੈ। ਦਿਨ ਦੇ ਨੰਨਾ ਮੁਕਤਾ ਹੈ तो बहुवचन है, तो एक दिन की गल नहीं हो रही, कुछ दिनों की गल हो रही है, बहुवचन है। दिन की बैठ पर है दिनों की हुई, थोड़े दिनों की है बैठक। इंसान की जिंदगी जी है जिवें आम मुहावरे वजों कहा जाता है 4 दिन की जिंदगी है, तो कुछ दिनों की जिंदगी है। दिन की बैठ का मतलब है कि इंसान नूं जिहड़ी ये जीवन मिलिया है, ये है तो कुछ दिनों की ओहदी होंद है, पर खसम की बरकस, पर ये जिन्ना समा इहनूं मिलिया है, ये भी वो खसम की बरकस, बरकस का मतलब होता है किसी का आकी हो जाना, हुक्म अदूली करने वाला। बर जमा अक्स का ਇਹਦਾ अर्थ है आकी, मालिक प्रभु तो आकी। कि इंसान नूं भावें जीवन मिलिया तो कुछ दिनों वास्ते है, पर जिस मकसद वास्ते मिलिया सीगा, जो हुक्म दे के मालिक ने भेजिया सीगा, ये उस तो आकी हो जाता है, उन्होंने भुला देता है तो होर पासे ही अपना समा जीवन का लगाना शुरू कर देता है। तो ये ਜਿਹੜਾ ਥੋੜ੍ਹਾ ਚਿਰ ਜੀਵਨ ਵੀ ਇਹਨੂੰ ਮਿਲਿਆ ਹੈ, ਉਹ ਵੀ ਮਾਲਕ ਦੇ ਹੁਕਮ ਤੋਂ ਉਲਟ ਉਹ ਜੀਵਨ ਬਤੀਤ ਕਰਦਾ ਹੈ। ਤੇ ਇਹ ਉਹਨੂੰ ਧਿਆਨ ਨਹੀਂ ਰਹਿੰਦਾ ਕਿ ਇਹ ਬੇਲਾ ਕਦ ਆਈ, ਕਿ ਮੁੜ ਕੇ ਵਾਲਾ ਜੋ ਸਮਾਂ ਹੈ, ਇਹ ਬੇਲਾ ਜਿਹੜਾ ਇਸਤਰੀ ਲਿੰਗ ਹੈ, ਇਸ ਕਰਕੇ ਇਹ ਦੇ ਹੈ ਮੁਕਤਾ ਹੈ ਵੀ ਇਹ ਵੇਲਾ, ਇਹ ਘੜੀ, ਇਹ ਸਮਾਂ ਕਦ ਆਈ, ਮੁੜ ਕਦੋਂ ਮਿਲੇਗਾ। ਭਾਵ ਇਹ ਇੰਨਾ ਸੌਖਾ ਮਿਲਣ ਵਾਲਾ ਹੈ ਨਹੀਂ। ਜਿਵੇਂ ਬਾਣੀ 'ਚ ਹੋਰ ਵੀ ਅਨੇਕਾਂ ਥਾਵਾਂ ਤੇ ਆਇਆ ਨਾ ਕਿ ਮਾਨੁਖ ਜਨਮ ਦੁਲੰਭ ਹੈ, ਹੋਏ ਨਾ ਬਾਰ, तो वही भाव इत्थे भी कह रहे हैं कि ये बेला कद आई, ये मनुखा जूनी मुड़ के कदों मिलनी है। ये भुला के भी इंसान अपना जो थोड़ा समा उन्होंने जीवन का मिलिया है, वो भी खसम मालिक के हुक्म तो उल्ट अपना जीवन बितान लग पैंदा है। तो फिर ਉਹਦਾ ਹੁੰਦਾ ਕੀ उसका रिजल्ट की निकलता है कि छूटे कुंडे भीगा पुरिया चलियो जुलाहो रिसाई। कुंडे छुट जाते हैं। कुंडे तो भाव है जगत के पदार्थ, असल मिट्टी के बर्तनों को कहते हैं कि जिहड़े जिन्हां दे विच जुलाया जिहड़ा है और पानी पा के ते कपड़ा उन्होंने वेले सूतर ते जिहड़े धागे दी लंबियां नलियां उन्होंने गिला करके उन्हां दी बुनाई करदा है ताकि उन्हां अड़े ना पै जाण। तो वो उन्होंने भिओण वास्ते जिहड़ा भांडा उन्हें नाल रखिया हुंदा है, तो वो भांडा भी कहंदे हैं कि वो छुट जाता है। छुटे कुंडे भीगा पुरिया, वो जिहड़ियां भिओ के रखी हुई कपड़ा उन्हण वाली नलियां ने, ਉਹ ਉਵੇਂ ਦੇ ਉਵੇਂ ਭਿੱਜੀਆਂ ਰਹਿ ਜਾਂਦੀਆਂ ਨੇ ਤੇ ਸਮਾਂ ਖਤਮ ਹੋ ਜਾਂਦਾ ਜੀਵਨ ਦਾ। ਇਹ ਭਾਵ ਕੀ ਹੈ ਕਿ ਦੁਨਿਆਵੀ ਪਦਾਰਥ ਜਿਨ੍ਹਾਂ ਦੇ ਵਿੱਚ ਇਨਸਾਨ ਸਾਰੀ ਜ਼ਿੰਦਗੀ ਖਚਤ ਰਹਿੰਦਾ ਹੈ, ਆਪਣਾ ਜੀਵਨ ਦਾ ਸਾਰਾ ਸਮਾਂ ਜਿਸ ਮਾਇਕ ਪਦਾਰਥਾਂ ਦੇ ਮਗਰ ਲਗਾਈ ਰੱਖਦਾ ਹੈ, ਉਹ ਵੀ ਸਮਾਂ ਪੂਰਾ ਹੋਣ ਤੇ ਛੁੱਟ ਜਾਂਦੇ ਹਨ, ਉਹਦੇ ਕੰਟਰੋਲ 'ਚ ਨਹੀਂ ਰਹਿੰਦੇ। ਤੇ ਜੋ ਕੁਝ ਉਹਨੇ ਕਮਾਇਆ ਹੁੰਦਾ ਹੈ, ਜੋ ਕੁਝ ਇਕੱਠਾ ਕੀਤਾ ਹੁੰਦਾ ਹੈ, ਉਹ ਸਭ ਕੁਝ ਵੀ ਉਵੇਂ ਦਾ ਉਵੇਂ ਪਿਆ ਰਹਿ ਜਾਂਦਾ ਹੈ। ਤੇ ਚੱਲਿਓ ਜੁਲਾਹੋ ਰਿਸਾਈ, रिसाई का अर्थ होता है खिंच के, फ्रस्ट्रेट होके। तो ये जुलाया रूपी जीव जड़ा है, ये फिर खिंच के फ्रस्ट्रेट होके इस संसार तो तुर जाता है, इन्हू छड़ देता है। तो इस तीसरे पदे का भाव की है कि कुछ दिनों के जीवन की जिंदगी जी परमात्मा वालों इंसान को मिलती है, मिलती तो है कि मनुखा जीवन परमात्मा का नाम सिमरन करके ਉਹਦੇ ਨਾਲ ਭੇਦ हो जाए, पर उस मालिक के हुक्म को इग्नोर करके उस तो आकी होके इंसान मायक पदार्थों के विच ही खचत रहता है। ये भुला देता है कि ये मनुखा जन्म बड़ा दुर्लभ है, मुड़ के पता नहीं मिलना है कि नहीं मिलना। ये सब कुछ भुल के भी वो माया खचत रहता है। पर जिस माया में खचत रहता है, वो माया इत्थे दी इत्थे धड़ी धराई रह जाती है, तो अखीर खिज के दुखी होके ये जीव जड़ा है इस जगत तो तुर जाता है। आखिरी की जड़ी अवस्था है जदों हुण इंसान की जीवन खत्म हो गया है, तो वह वर्णन चौथे पदे गुरु कबीर जी कर रहे हैं कि छोछी नली तंत नहीं निकसै, नतर रही उरझाई, छोड़ पसार इहां रो बपुरी, कहो कबीर समझाई। छोछी नली, छोछी का मतलब होता है खाली, जिवें छूछा भांडा वो भी खाली का मतलब होता है। तो छोछी नली, वो नली जिहड़ी है जिन्नी को तैनूं कपड़ा जिन्ने को धागे तैनूं मिले सीगे जीवन दे, वो सब हुण खाली हो गए ने। ते हुण वो तंद निकलदी नहीं, उस नली दे विचों जिहड़ा धागा आना बंद हो गया। जिवें सिलाई की मशीन होंदी है ना कपड़ा सीन वास्ते, तो जिन्ना रील दे अंदर धागा होंदा है, वो एक पासियों थल्लियों दी सूई दे विच उधरों आंदा है, दूजे पासियों तुहाडे सामने एक होर दी दो धागे जिहड़े ਉਹਦੇ ਚੋਂ आंदे ने। ते जे हुण धागे दी रील खाली हो जाती है, तो भावें तुसीं मशीन नूं घुमाई जांदे हैगे हो, पर धागा आना बंद हो जाता है, तो सूई खाली तुरी जाती है।
ਤੋ ਇਵੇਂ ਹੀ ਜੁਲਾਇਆ ਜਦੋਂ ਆਪਣਾ ਕੱਪੜਾ ਬੁਣ ਰਿਹਾ ਹੁੰਦਾ ਹੈ ਤੇ ਜਿਹੜੇ ਉਹ ਧਾਗੇ ਦੇ ਪੇੜ ਬਣੇ ਹੋਏ ਪਿੰਨੇ ਜਾਂ ਜਿੱਥੋਂ ਵੀ ਉਹ ਧਾਗੇ ਦੀ ਨਲੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਧਾਗਾ ਆਉਣਾ ਹੁੰਦਾ ਹੈ ਇੱਕ ਲੰਬਾਈ ਦੇ ਪੂਰੇ ਸੀਕੁਐਂਸ ਦੇ ਵਿੱਚ, ਉਹ ਨਲੀ ਖਾਲੀ ਹੋ ਜਾਂਦੀ ਹੈ ਤੇ ਫਿਰ ਉਹ ਚੋਂ ਧਾਗਾ ਨਿਕਲਣਾ ਬੰਦ ਹੋ ਜਾਂਦਾ ਹੈ। ਤੋ ਉਹ ਜ਼ਿਕਰ ਕਰ ਰਹੇ ਹਨ ਵੀ ਹੁਣ ਸਵਾਸ ਖਤਮ ਹੋ ਗਏ ਨੇ ਤੇ ਹੁਣ ਅੱਗੋਂ ਸਵਾਸ ਆਣੇ ਬੰਦ ਹੋ ਗਏ। ਸੋਚੀ ਨਲੀ ਅੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ। ਨਤਰ ਦਾ ਅਰਥ ਹੁੰਦਾ ਹੈ ਉਹ ਚੀਜ਼ ਤੁਰ ਜਿਹਦੇ ਦੁਆਲੇ ਕੱਪੜਾ ਲਪੇਟਿਆ ਜਾਂਦਾ ਹੈ। ਇਹ ਮੈਨੂੰ ਹੁਣ ਇਸ ਚੀਜ਼ ਦੀ ਸਮਝ ਹੈ ਨਹੀਂ, ਜਿਨ੍ਹਾਂ ਲੋਕਾਂ ਨੂੰ ਇਹ ਜੁਲਾਏ ਦੇ ਚੀਜ਼ਾਂ ਦਾ ਪਤਾ ਹੈ, ਕੱਪੜਾ ਕਿਵੇਂ ਬੁਣਿਆ ਜਾਂਦਾ ਹੈ ਧਾਗਿਆਂ ਦੇ ਨਾਲ, ਕੋਈ ਜੋ ਵੀ ਹੈ ਸਮਝੋ ਕੋਈ ਐਸੀ ਚੀਜ਼ ਹੈ ਜਿਹਦੇ ਦੁਆਲੇ ਧਾਗਾ ਸਮਝੋ ਲਪੇਟਿਆ ਜਾਂਦਾ ਹੈ, ਜਿਹਦੇ ਤੋਂ ਬਿਲਕੁਲ ਇਕਸਾਰ ਇੱਕ ਸੀਕੁਐਂਸ ਦੇ ਵਿੱਚ ਬਿਨਾਂ ਉਲਝਿਆਂ ਜਿਹੜਾ ਹੈ ਧਾਗਾ ਆਉਂਦਾ ਰਵੇ ਲਗਾਤਾਰ, ਕੁਝ ਇਹੋ ਜਿਹਾ ਇੰਸਟਰੂਮੈਂਟ ਹੋਏਗਾ। ਔਰ ਉਹ ਕਹਿੰਦੇ ਹਨ ਕਿ ਵੀ ਉਹਦੇ ਦੁਆਲੇ ਜਿਹੜਾ ਹੈ ਕਿ ਨਤਰ ਰਹੀ ਉਰਜਾਈ, ਕਿ ਹੁਣ ਉਹ ਵੀ ਉੱਥੇ ਵੀ ਧਾਗਾ ਜਿਹੜਾ ਨਾ ਉਲਝ ਜਾਂਦਾ ਹੈ, ਉਹਦੀਆਂ ਗੰਢਾਂ ਪੈ ਜਾਂਦੀਆਂ ਹਨ ਤੇ ਉਹ ਧਾਗਾ ਅੱਗੇ ਆਉਣਾ ਬੰਦ ਹੋ ਜਾਂਦਾ ਹੈ। ਆਪ ਕਹੇ ਜੋ ਜਿਹੜਾ ਉਹਦਾ ਸਵਾਸਾਂ ਨਾਲ ਸੰਬੰਧ ਹੈ ਜੀਵ ਦਾ, ਉਹ ਖਤਮ ਹੋ ਜਾਂਦਾ, ਸਵਾਸ ਉਹਦੇ ਮੁੱਕ ਜਾਂਦੇ ਹਨ। ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ। ਮਾਨੋ ਜਿਹੜੇ ਉਹ ਧਾਗਾ ਹੈ ਉਹ ਉਲਝ ਗਿਆ ਹੈ ਤੇ ਅੱਗੋਂ ਉਸ ਮੋਰੀ ਦੇ ਵਿੱਚੋਂ ਨਾਲੀ ਦੇ ਵਿੱਚੋਂ ਦੀ ਆਣਾ ਬੰਦ ਹੋ ਗਿਆ ਹੈ ਤੇ ਉਹ ਜਿਹੜਾ ਇਨਸਾਨ ਦਾ ਨਾਭੀ ਦਾ ਸੰਬੰਧ ਹੈ ਸਵਾਸਾਂ ਦੇ ਨਾਲ, ਉਹ ਸੰਬੰਧ ਟੁੱਟ ਜਾਂਦਾ ਹੈ। ਤੋ ਪਰ ਐਸੀ ਅਵਸਥਾ ਦੇ ਅੰਦਰ ਵੀ ਇਨਸਾਨ ਇਹ ਰਿਅਲਾਈਜ਼ ਕਰਦਾ ਹੈ ਕਿ ਭਈ ਉਹਦੀ ਵਾਸ਼ਨਾ ਫਿਰ ਨਹੀਂ ਖਤਮ ਹੁੰਦੀ। ਮੌਤ ਭਾਵੇਂ ਆ ਗਈ ਹੈ, ਜੀਵਨ ਖਤਮ ਹੋ ਗਿਆ, ਪਰ ਅਜੇ ਵੀ ਮਨ ਵਿੱਚੋਂ ਵਾਸ਼ਨਾ ਨਹੀਂ ਨਿਕਲੀ। ਤੋ ਕਬੀਰ ਜੀ ਇੱਥੇ ਅਖੀਰਲੀ ਪੰਕਤੀ 'ਚ ਸਮਝਾਉਂਦੇ ਹਨ ਕਿ ਭਈ ਜੇ ਮੌਤ ਵੇਲੇ ਵੀ ਇਨਸਾਨ ਵਾਸ਼ਨਾ ਦਾ ਤਿਆਗ ਨਹੀਂ ਕਰ ਸਕਦਾ, ਤਾਂ ਕਹਿੰਦੇ ਹਨ ਕਿ ਛੋੜ ਬਸਾਰ ਇਹਾਂ ਰੋ ਬਪੁਰੀ। ਇਹ ਭੈੜੀ ਵਾਸ਼ਨਾ ਤੂੰ ਇੱਥੇ ਹੀ ਰਹਿ ਜਾ, ਹੁਣ ਤੇ ਮੇਰਾ ਖਹਿੜਾ ਛੱਡ ਦੇ। ਇਹ ਸਾਰਾ ਜਿਹੜਾ ਪਸਾਰਾ ਖਿਲਾਰਾ ਹੈ ਜਿਹਦੇ ਚੱਕਰ ਵਿੱਚ ਤੂੰ ਸਾਰੀ ਜ਼ਿੰਦਗੀ ਮੈਨੂੰ ਫਸਾਈ ਰੱਖਿਆ ਹੈ, ਤੂੰ ਇਹ ਛੋੜ ਤੇ ਮੈਨੂੰ ਤੂੰ ਇੱਥੇ ਹੀ ਰੁਕ ਜਾ। ਤੇ ਕਹੋ ਕਬੀਰ ਸਮਝਾਈ। ਕਬੀਰ ਜੀ ਉਸ ਵਾਸ਼ਨਾ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਕਿ ਹੁਣ ਤਾਂ ਤੂੰ ਮੇਰਾ ਖਹਿੜਾ ਛੱਡ ਦੇ, ਕਿ ਭਈ ਇਹ ਵਾਸ਼ਨਾ ਮੇਰਾ ਸਾਥ ਛੱਡ ਦੇ, ਜਿਸ ਦੇ ਚੱਕਰ ਵਿੱਚ ਮੈਂ ਸਾਰਾ ਜੀਵਨ ਆਪਣਾ ਬਰਬਾਦ ਕੀਤਾ ਹੈ, ਉਲਝਿਆ ਰਿਹਾ ਹਾਂ, ਆਪਣੇ ਜੀਵਨ ਮਨੋਰਥ ਨੂੰ ਇਗਨੋਰ ਕੀਤੀ ਰੱਖਿਆ ਹੈ। ਹੁਣ ਮੌਤ ਵੇਲੇ ਤੇ ਕਮ ਸੇ ਕਮ ਉਹਨੂੰ ਸੋਝੀ ਆ ਜਾਂਦੀ ਹੈ ਵੀ ਤੂੰ ਹੁਣ ਤਾਂ ਮੇਰਾ ਖਹਿੜਾ ਛੱਡ ਦੇ ਤੇ ਛੋੜ ਬਸਾਰ ਇਹਾਂ ਰੋ ਬਪੁਰੀ ਕਹੋ ਕਬੀਰ ਸਮਝਾਈ। ਕਬੀਰ ਜੀ ਕਹਿੰਦੇ ਹਨ ਕਿ ਇਹ ਵਾਸ਼ਨਾ ਹੁਣ ਤਾਂ ਤੂੰ ਮੇਰਾ ਖਹਿੜਾ ਛੱਡ ਦੇ ਤੇ ਇਸ ਮੇਰੇ ਜੀਵ ਆਤਮਾ ਦੀ ਖਲਾਸੀ ਹੋ ਜਾਵੇ। ਤੋ ਸਾਰੇ ਸ਼ਬਦ ਦਾ ਜੋ ਤੱਤ ਸਾਰ ਹੈ ਇਹ ਮਨੁੱਖਾ ਜਨਮ, ਮਨੁੱਖ ਦੀਆਂ ਵਾਸ਼ਨਾਵਾਂ ਦੇ ਅਧੀਨ ਉਹਨੂੰ ਇਸ ਜੋਨੀ 'ਚ ਆਉਣਾ ਪੈਂਦਾ ਹੈ। ਜਦੋਂ ਉਹ ਜਨਮ ਲੈਂਦਾ ਹੈ, ਮਾਨੋ ਇਹ ਜੁਲਾਇਆ ਰੂਪੀ ਜੀਵ ਜਿਹੜਾ ਹੈ ਇਹ ਆਪਣੇ ਨਾਲ ਕੱਪੜਾ ਬੁਣਨ ਦੇ ਪਦਾਰਥਾ ਰੂਪ ਦੇ ਅੰਦਰ 9 ਗੋਲਕਾਂ 10 ਜਿਹੜੇ ਹਨ ਇੰਦਰੇ ਤੇ 21 ਜਿਹੜੇ ਸੂਖਸ਼ਮ ਤੱਤ ਲੈ ਕੇ ਜਨਮ ਲੈਂਦਾ ਹੈ। ਉਹਦੇ ਸਰੀਰ ਦੇ ਅੰਦਰ 60 ਵੱਡੀਆਂ ਨਾੜੀਆਂ 72 ਛੋਟੀਆਂ ਨਾੜੀਆਂ ਹਨ, ਜੋ ਤਾਣੇ ਔਰ ਪੇਟੇ ਦਾ ਉਹਦੇ ਜੀਵਨ ਨੂੰ ਚਲਾਉਣ ਦਾ ਉਹਦਾ ਰॉ ਮਟੀਰੀਅਲ ਹੈ। ਇਸ ਸਰੀਰ ਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਰੋਜ਼ ਦੀ ਸਮਝੋ 2.5 ਸੇਰ ਖੁਰਾਕ ਚਾਹੀਦੀ ਹੈ, ਤੇ ਜਦੋਂ ਖੁਰਾਕ ਨਹੀਂ ਮਿਲਦੀ ਤਾਂ ਮਨੁੱਖ ਦੀ ਹਾਲਤ ਜਿਹੜੀ ਹੈ ਉਹ ਬੜੀ ਡਿਸਟਰਬੈਂਸ ਵਾਲੀ, ਖਰਾਬ ਝਗੜੇ ਵਾਲੀ ਹੋ ਜਾਂਦੀ ਹੈ। ਇਨਸਾਨ ਨੂੰ ਜਨਮ ਤਾਂ ਮਿਲਿਆ ਸੀ ਮਾਲਕ ਵੱਲੋਂ ਮਨੁੱਖਾ ਜੀਵਨ ਪਰਮਾਤਮਾ ਦੇ ਨਾਲ ਅਭੇਦ ਹੋਣ ਵਾਸਤੇ, ਪਰ ਉਹ ਇਸ ਜੀਵਨ ਦੇ ਮਨੋਰਥ ਨੂੰ, ਇਹਦੀ ਇੰਪੋਰਟੈਂਸ ਨੂੰ ਇਗਨੋਰ ਕਰਕੇ ਸਾਰਾ ਜੀਵਨ ਆਪਣਾ ਮਾਇਆ ਦੇ ਚੱਕਰਾਂ 'ਚ ਫਸਾਈ ਰੱਖਦਾ ਹੈ। ਸਵਾਸ ਖਤਮ ਹੋ ਜਾਂਦੇ ਹਨ ਤੇ ਅੰਤ ਵੇਲੇ ਇਨਸਾਨ ਰਿਅਲਾਈਜ਼ ਕਰਦਾ ਹੈ ਕਿ ਜੋ ਕੰਮ ਮੈਂ ਕਰਨਾ ਸੀਗਾ ਉਹ ਤਾਂ ਮੈਂ ਕਰ ਨਹੀਂ ਸਕਿਆ, ਤੇ ਸਵਾਸ ਜਿਹੜੇ ਹਨ ਖਤਮ ਹੋ ਗਏ ਹਨ। ਤੇ ਅੰਤ ਵੇਲੇ ਫਿਰ ਕਬੀਰ ਜੀ ਕਹਿੰਦੇ ਹਨ ਕਿ ਉਹਨੂੰ ਸੋਝੀ ਆਉਂਦੀ ਹੈ ਤੇ ਫਿਰ ਉਹ ਵਾਸ਼ਨਾ ਨੂੰ ਕਹਿੰਦਾ ਕਿ ਹੁਣ ਤਾਂ ਤੂੰ ਮੇਰਾ ਖਹਿੜਾ ਛੱਡ ਦੇ ਤਾਂ ਮੇਰੀ ਖਲਾਸੀ ਹੋ। ਉਹ ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਆਪ ਜੀ ਤੋਂ ਖਿਮਾ ਮੰਗਦੇ ਹਾਂ। ਔਰ ਕਈ ਚੀਜ਼ਾਂ ਜਿਹੜੀਆਂ ਐਸੀਆਂ ਜਿਹੜੀਆਂ ਮੇਰੀ ਵੀ ਸਮਝ ਤੋਂ ਬਾਹਰ ਹਨ, ਅਗਰ ਸੰਗਤ ਵਿੱਚ ਕਿਸੇ ਸੱਜਣ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੋਵੇ, ਜਿਹੜੀਆਂ ਟਰਮਸ ਆਈਆਂ ਨੇ ਉਹਨਾਂ ਦੀ ਜ਼ਿਆਦਾ ਢੰਗ ਨਾਲ ਵਿਆਖਿਆ ਕੋਈ ਕਰ ਸਕਦਾ ਹੋਵੇ ਤੇ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਜੀ ਦੇ ਔਰ ਬਾਬਾ ਫਰੀਦ ਜੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਬੜੀਆਂ ਡੂੰਘੀਆਂ ਰਮਜ਼ਾਂ ਹੁੰਦੀਆਂ ਨੇ। ਤੋ ਵੀਰ ਜੀ ਨੇ ਬਹੁਤ ਡਿਟੇਲ ਦੱਸਿਆ ਹੈ, ਸ਼ਬਦ ਕਾਫੀ ਔਖੇ ਨੇ, ਭਾਵੇਂ ਸਮਾਂ ਵੀ ਜ਼ਿਆਦਾ ਲੱਗਿਆ, ਮੈਂ ਸੰਗਤ ਤੋਂ ਖਿਮਾ ਮੰਗਦਾ ਉਸ ਗੱਲ ਦੀ। ਤੇ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਅਗਲਾ ਹੈ ਕਿ ਪਿੱਛੇ ਜੇ ਇੱਕ
ਵੀਡੀਓ ਵਾਇਰਲ ਹੋਈ, ਉਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਗੁਰੂ ਤੇਗ ਜਿਹੜੇ 9ਵੇਂ ਮਹੀਨੇ ਦੇ ਸ਼ਲੋਕ ਨੇ, ਉਹਨਾਂ ਜਿੱਥੇ ਆਉਂਦਾ ਹੈ ਬਲ ਹੋਆ ਬੰਧਨ ਛੁਟੈ ਸਭ ਕੁਛ ਹੋ ਤੋਂ ਪਾਏ, ਉੱਤੇ ਸਿਰਲੇਖ ਮਹਿਲਾ 10ਵਾਂ ਜਿਹੜਾ ਹੈ ਉਹ ਲਿਖਿਆ ਦੱਸਿਆ ਸੀ ਵੀ ਆਇਆ ਹੈ ਠੀਕ ਹੈ ਕਿ ਨਹੀਂ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ, ਇਹ ਤੁਸੀਂ ਦੱਸੋ ਜੀ। ਅਨਮਿਊਟ ਕਰ ਲਓ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਇਹ ਜੋ ਵਿਸ਼ਾ ਮਤਲਬ ਅੱਜ ਕੱਲ੍ਹ ਗਰਮ ਹੋਇਆ ਹੈ, ਉਹਦੀ ਬੈਕਗਰਾਉਂਡ ਇਸ ਤਰ੍ਹਾਂ ਹੈ ਜੀ ਕਿ ਇਹ ਕਹਾਣੀ ਜਿਵੇਂ ਕਿ ਅਸੀਂ ਹੋਰ ਵੀ ਸ਼ਬਦਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਾਖੀਆਂ ਸਾਨੂੰ ਸੁਣਾਈਆਂ ਜਾਂਦੀਆਂ ਹਨ। ਜਦੋਂ ਇਹਨਾਂ ਸ਼ਲੋਕਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਤੇ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਵਿੱਚ ਕੈਦ ਵਿੱਚ ਸਨ, ਤਾਂ ਉਹਨਾਂ ਨੇ ਇੱਕ ਸ਼ਲੋਕ ਜਿਹੜਾ ਹੈ ਉਹ ਲਿਖ ਕੇ ਪ੍ਰੀਖਿਆ ਲੈਣ ਲਈ, ਇਮਤਿਹਾਨ ਲੈਣ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਭੇਜਿਆ। ਤੇ ਦੂਜਾ ਸ਼ਲੋਕ ਜਿਹੜਾ ਦੱਸਿਆ ਜਾਂਦਾ ਹੈ ਕਿ ਸ਼ਾਇਦ ਉਹਨਾਂ ਨੇ ਉਹ ਜਵਾਬ ਦੇ ਵਿੱਚ ਲਿਖ ਕੇ ਭੇਜਿਆ। ਤੇ ਇਹ ਚੂੰਕਿ ਦੂਜਾ ਸ਼ਲੋਕ ਜਿਹੜਾ ਅਗਲਾ ਹੈ, ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੋਣ ਕਰਕੇ ਇਹ ਮਹਿਲਾ 10ਵਾਂ ਇਹਦੇ ਬਾਰੇ ਹੋਣਾ ਚਾਹੀਦਾ ਹੈ, ਤੇ ਕਈ ਬੀਡਾਂ ਦੇ ਵਿੱਚ ਜਿਹਾ ਲਿਖਿਆ ਮਿਲਦਾ ਵੀ। ਇਸ ਗੱਲ ਨੂੰ ਅਸੀਂ ਡਿਨਾਈ ਵੀ ਨਹੀਂ ਕਰ ਸਕਦੇ ਕਿ ਕੁਝ ਬੀਡਾਂ ਦੇ ਵਿੱਚ ਜੇ ਇਹ ਜਿਹਾ ਜੋ ਹੈ ਸਿਰਲੇਖ ਦਿੱਤਾ ਉਹ ਮਿਲਦਾ ਵੀ ਹੈ। ਪਰੰਤੂ ਇਹਦੀ ਸਾਨੂੰ ਬੈਕਗਰਾਉਂਡ ਥੋੜੀ ਜਿਹੀ ਸਮਝ ਲੈਣੀ ਚਾਹੀਦੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਜੋ ਸ਼ਲੋਕ ਦੇ ਬਾਰੇ ਲਿਖਿਆ ਮਿਲਦਾ ਹੈ ਮਹਿਲਾ 10ਵਾਂ, ਇਹ ਉਸ ਢੰਗ ਨਾਲ ਲਿਖਿਆ ਨਹੀਂ ਮਿਲਦਾ, ਉਸ ਗਿਣਤੀ ਦੇ ਹਿਸਾਬ ਕਿਤਾਬ ਦੇ ਮੁਤਾਬਕ ਇਹਦੇ ਵਿੱਚ ਮਾਰਕਿੰਗਸ ਨਹੀਂ ਹਨ। ਜਿਵੇਂ ਕਿ ਜਦੋਂ ਹੀ ਵੱਖਰੇ ਵੱਖਰੇ ਗੁਰੂ ਸਾਹਿਬਾਨ ਦੇ ਜੋ ਰਚਨਾਵਾਂ ਹਨ, ਜੋ ਬਾਣੀ ਉਹਨਾਂ ਨੇ ਉਚਾਰੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਜਾਂਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਇਹ ਸਾਰੀਆਂ ਬੀੜਾਂ ਵਿੱਚ ਨਹੀਂ, ਕੇਵਲ ਕੁਝ ਕੁ ਬੀੜਾਂ ਦੇ ਵਿੱਚ ਇਹੋ ਜਿਹੀ ਇੰਡੀਕੇਸ਼ਨ ਮਿਲਦੀ ਹੈ। ਬਹੁਤਾਤ ਬੀੜਾਂ ਤੇ ਸਭ ਤੋਂ ਪੁਰਾਤਨ ਬੀੜਾਂ ਦੇ ਵਿੱਚ ਇਹੋ ਜਿਹੀ ਕੋਈ ਇੰਡੀਕੇਸ਼ਨ ਨਹੀਂ ਮਿਲਦੀ। ਜਿਹੜੀਆਂ ਦਮਦਮੀ ਬੀੜ ਦੀਆਂ ਉਤਾਰੇ ਕਰਕੇ ਜੋ ਵੱਖੋ ਵੱਖ ਥਾਵਾਂ ਤੇ ਮੌਜੂਦ ਸਨ, ਉਹਨਾਂ ਦੇ ਵਿੱਚ ਇਹ ਚੀਜ਼ ਨਹੀਂ ਮਿਲਦੀ। ਤੋ ਇਹਦੇ ਬਾਰੇ ਚੂੰਕਿ ਸਾਖੀਆਂ ਤੇ ਇਹ ਚੀਜ਼ਾਂ ਪ੍ਰਚਲਿਤ ਹੋ ਗਈਆਂ ਉਸ ਜ਼ਮਾਨੇ ਜਦੋਂ ਕੌਮ ਨੇ ਨਾ ਆਪਣੇ ਇਤਿਹਾਸ ਦੀ ਸੰਭਾਲ ਕੀਤੀ, ਨਾ ਗ੍ਰੰਥਾਂ ਦੀ ਪੂਰੀ ਸੰਭਾਲ ਕੀਤੀ, ਤੇ ਉਹ ਜਿਹੀਆਂ ਸਾਖੀਆਂ ਪੰਥ ਪ੍ਰਕਾਸ਼ ਦੇ ਵਿੱਚ, ਸੂਰਜ ਪ੍ਰਕਾਸ਼ ਵਿੱਚ ਤੇ ਹੋਰ ਕਈ ਗ੍ਰੰਥਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਾਖੀਆਂ ਆ ਗਈਆਂ। ਪਰੰਤੂ ਜਦੋਂ ਨਵੇਂ ਜ਼ਮਾਨੇ ਦੇ ਵਿੱਚ ਇਹ ਖੋਜ ਆਰੰਭ ਹੋਈ, ਮੁਗਲ ਬਾਦਸ਼ਾਹਾਂ ਦੇ ਜੋ ਰੋਜ਼ਾਨਾ ਦੇ ਰਿਕਾਰਡ ਨੇ ਉਹਨਾਂ ਨੂੰ ਦੇਖਿਆ ਗਿਆ, ਹੋਰ ਥਾਵਾਂ ਤੋਂ ਜੋ ਸਾਨੂੰ ਮਟੀਰੀਅਲ ਮਿਲਦਾ ਹੈ ਉਹ ਦੇਖਿਆ ਗਿਆ। ਜਿਹੜੇ ਨਵੇਂ ਸਾਡੇ ਇਤਿਹਾਸਕਾਰ ਖੋਜੀ ਤੇਜਾ ਸਿੰਘ ਜੀ, ਗੰਡਾ ਸਿੰਘ ਜੀ, ਕਰਮ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਭਗਤ ਸਿੰਘ, ਕਿਰਪਾਲ ਸਿੰਘ, ਇਹਨਾਂ ਸਾਰਿਆਂ ਨੇ ਜੋ ਖੋਜਾਂ ਕੀਤੀਆਂ, ਤਾਂ ਉਸ ਤੋਂ ਬਾਅਦ ਇਤਿਹਾਸਕ ਤੌਰ ਤੇ ਵੀ ਇਹ ਗੱਲ ਸਾਬਤ ਨਹੀਂ ਹੁੰਦੀ ਤੇ ਨਾ ਹੀ ਪੁਰਾਤਨ ਬੀੜਾਂ ਦੇ ਵਿੱਚੋਂ ਇਹ ਚੀਜ਼ ਸਾਬਤ ਹੁੰਦੀ ਹੈ, ਤੇ ਨਾ ਹੀ ਹੋਰ ਕਿਸੇ ਤਰੀਕੇ ਦੇ ਨਾਲ ਜੋ ਹੈ ਇਹ ਸਾਬਤ ਹੁੰਦੀ ਹੈ। ਇਤਿਹਾਸਕ ਤੌਰ ਤੇ ਇਹ ਹੈ ਕਿ ਜੋ ਇਤਿਹਾਸ ਦੀ ਨਵੀਨਤਮ ਖੋਜ ਹੈ ਉਹਦੇ ਮੁਤਾਬਕ 8 ਜੁਲਾਈ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਲਕਪੁਰ ਰੰਗੜਾ, ਜੋ ਰੋਪੜ ਦੇ ਕੋਲ ਪਿੰਡ ਹੈ, ਉੱਥੋਂ ਗ੍ਰਿਫਤਾਰ ਕੀਤਾ ਗਿਆ। ਜਦੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਉਹਨਾਂ ਨੇ ਚਾਲੇ ਪਾਏ, ਉੱਥੋਂ ਗ੍ਰਿਫਤਾਰ ਕਰਕੇ ਬਸੀ ਪਠਾਣਾ, ਜੋ ਕਿ ਸਰਹੰਦ ਦੇ ਬਿਲਕੁਲ ਨਾਲ ਹੀ ਇੱਕ ਸ਼ਹਿਰ ਹੈ, ਉੱਥੇ ਇੱਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਔਰੰਗਜ਼ੇਬ ਨੂੰ, ਜੋ ਕਿ ਦਿੱਲੀ ਵਿੱਚ ਮੌਜੂਦ ਨਹੀਂ ਸੀ, ਉਹਨੂੰ ਖਬਰ ਭੇਜੀ ਗਈ। ਉਸ ਤੋਂ ਬਾਅਦ ਉਹਦੇ ਹੁਕਮ ਦੀ ਉਡੀਕ ਕੀਤੀ ਗਈ, ਤੇ ਜਦੋਂ ਹੁਕਮ ਆ ਗਿਆ ਕਿ ਕੀ ਕੀਤਾ ਜਾਣਾ ਹੈ, ਕਿੱਥੇ ਕੀਤਾ ਜਾਣਾ ਹੈ, ਤਾਂ 5 ਨਵੰਬਰ ਨੂੰ ਉਹਨਾਂ ਨੂੰ ਦਿੱਲੀ ਨੂੰ ਤੋਰਿਆ ਗਿਆ। ਤਾਂ ਇਹ ਤਕਰੀਬਨ 4 ਕੁ ਮਹੀਨੇ ਦਾ ਸਮਾਂ ਜਿਹੜਾ ਹੈ ਉਹ ਬਸੀ ਪਠਾਣਾ ਦੇ ਵਿੱਚ ਉਸ ਜੇਲ੍ਹ ਦੇ ਵਿੱਚ ਰਹੇ। ਉਹ ਜੇਲ੍ਹ ਮੌਜੂਦ ਹੈ, ਕੌਮ ਨੇ ਸੰਭਾਲੀ ਨਹੀਂ ਹੋਈ, ਹਾਲੇ ਵੀ ਖੰਡਰਾਂ ਦੀ ਹਾਲਤ ਵਿੱਚ ਮੌਜੂਦ ਹੈ, ਉਹ ਰਿਪੇਅਰ ਕਰਕੇ ਠੀਕ ਕੀਤੀ ਜਾ ਸਕਦੀ ਹੈ। ਉਹਦੇ ਬਾਰੇ ਵੀ ਮੂਵਮੈਂਟ ਚੱਲ ਰਹੀ ਹੈ ਕਿ ਸ਼ਾਇਦ ਉਹ ਇਤਿਹਾਸਿਕ ਸਥਾਨ ਸੰਭਾਲਿਆ ਹੀ ਜਾਵੇ। ਤੋਂ 5 ਨਵੰਬਰ ਨੂੰ ਗੁਰੂ ਸਾਹਿਬ ਉੱਥੋਂ ਚੱਲੇ ਤੇ 11 ਨਵੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਬਣਦਾ ਹੈ। ਤੋਂ ਇਹ ਕੁੱਲ ਮਿਲਾ ਕੇ ਜੇ ਰਸਤੇ ਦੇ 1-2 ਦਿਨ ਵੀ ਲਗਾ ਲਈਏ ਤਾਂ ਤਕਰੀਬਨ 5 ਦਿਨ ਦਾ ਸਮਾਂ ਉਹਨਾਂ ਦਾ ਦਿੱਲੀ ਦਾ ਟੋਟਲ ਸਟੇ ਹੈ, ਜਿਹਦੇ ਦੌਰਾਨ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ, ਧਮਕੀਆਂ ਵੀ ਦਿੱਤੀਆਂ ਗਈਆਂ ਤੇ 3 ਸਿੱਖਾਂ ਨੂੰ ਸ਼ਹੀਦ ਵੀ ਕੀਤਾ ਗਿਆ। ਤੋਂ ਉਸ ਸਮੇਂ ਦੇ ਦੌਰਾਨ ਉਸ ਪਹਿਰੇ ਦੇ ਵਿੱਚੋਂ ਗੁਰੂ ਸਾਹਿਬ ਵੱਲੋਂ ਇਹ ਸ਼ਲੋਕ ਲਿਖ ਕੇ ਭੇਜਿਆ ਜਾਣਾ ਆਨੰਦਪੁਰ, ਉੱਥੋਂ ਜਵਾਬ ਵਾਪਸ ਆਉਣਾ ਉਹਨੇ ਸਮੇਂ ਦੇ ਵਿੱਚ, ਉਸ ਵਕਤ ਦੇ ਆਵਾਜਾਈ ਦੇ ਸਾਧਨਾਂ ਦੇ ਮੁਤਾਬਕ, ਇਹ ਗੱਲ ਜਿਹੜੀ ਹੈ ਉਹ ਅਸੰਭਵ ਗੱਲ ਹੈ। ਤੋਂ ਇਹ ਸਾਰੇ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਨਕ ਦੇ ਨਾਮ ਹੇਠ ਕੋਈ ਬਾਣੀ ਨਹੀਂ ਉਚਾਰੀ, ਅਜਿਹਾ ਸਿਰਲੇਖ ਬਹੁਤੀਆਂ ਬੀੜਾਂ ਦੇ ਵਿੱਚ ਨਹੀਂ ਮਿਲਦਾ,
ਤੋ ਇਸ ਨੂੰ ਸਾਨੂੰ ਇਹੀ ਸਮਝਣਾ ਚਾਹੀਦਾ ਹੈ ਕਿ ਵਕਤ ਦੇ ਨਾਲ ਇਹ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਪਾਠ ਭੇਦ ਕਹਿ ਲਈਏ, ਅਸ਼ੁੱਧੀ ਕਹਿ ਲਈਏ, ਇਹ ਬੀੜਾਂ ਦੇ ਵਿੱਚ ਆ ਗਈ। ਔਰ ਇਹ ਜਿਹੜੀ ਆਪਾਂ ਪੁਸਤਕ ਬਾਰ-ਬਾਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੰਸਲਟ ਵੀ ਕਰਦੇ ਹਾਂ, ਪਾਠ ਭੇਦਾਂ ਦੀ ਸੂਚੀ, ਉਹਦੇ 'ਚ ਵੀ ਇਹਦੇ ਬਾਰੇ ਜ਼ਿਕਰ ਹੈ। ਤੋ ਇਹਦੇ ਬਾਰੇ ਚੂੰਕਿ ਅਸੀਂ ਅਵੇਸਲੇ ਹਾਂ, ਔਰ ਅੱਜ ਤੱਕ ਅਵੇਸਲੇ ਹਾਂ, ਇਹਨਾਂ ਜਿਹੜੇ ਮਸਲਿਆਂ ਨੂੰ ਅਸੀਂ ਨਿਬੇੜਦੇ ਨਹੀਂ ਪਏ। ਸਾਡੀ ਜਿਹੜੀ ਮੁੱਖ ਸੰਸਥਾ ਹੈ ਉਹ ਸੁੱਤੀ ਪਈ ਹੈ, ਤੇ ਇਹਨਾਂ ਜੋ ਕੰਟਰੋਵਰਸੀਜ਼ ਨੂੰ ਬਾਰ-ਬਾਰ ਉੱਠਣ ਦੇ ਬਾਵਜੂਦ ਉਹ ਇਹਦੇ ਬਾਰੇ ਕੁਝ ਨਹੀਂ ਕਰ ਰਹੀ। ਤੋ ਇਹ ਥੋੜ੍ਹੀ ਦੇਰ ਦੇ ਪਿੱਛੋਂ ਇਹ ਮਸਲੇ ਜਿਹੜੇ ਹਨ ਉਹ ਉੱਠ ਪੈਂਦੇ ਹਨ ਤੇ ਕੌਮ ਦੇ ਵਿੱਚ ਵੱਡੀ ਫੁੱਟ ਦਾ ਕਾਰਨ ਬਣਦੇ ਹਨ। ਲੋੜ ਤਾਂ ਇਹ ਹੈ ਕਿ ਇਹਨਾਂ ਨੂੰ ਨਿਬੇੜ ਦਿੱਤਾ ਜਾਣਾ ਚਾਹੀਦਾ ਇੱਕੋ ਵਾਰੀ, ਕਿ ਜੋ ਵੀ ਵਿਦਵਾਨਾਂ ਦੀ ਰਾਏ ਬਣਦੀ ਹੈ, ਇਤਿਹਾਸਕ ਹਵਾਲੇ ਹਨ, ਜੋ ਇਤਿਹਾਸਕ ਸਰੋਤ ਹਨ, ਪੁਰਾਤਨ ਬੀੜਾਂ ਹਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇੱਕ ਪੱਕਾ ਨਿਰਣਾ ਲੈਣ ਦੀ ਲੋੜ ਹੈ, ਜੋ ਸਾਡੀ ਕੌਮ ਬਿਲਕੁਲ ਅਵੇਸਲੀ ਹੋਈ ਬੈਠੀ ਹੈ, ਉਹ ਕਰ ਨਹੀਂ ਰਹੀ, ਔਰ ਜਿਹਦੀ ਬੜੀ ਸਖਤ ਲੋੜ ਹੈ। ਇਸ ਕਰਕੇ ਇਹ ਜੋ ਹੈ ਇਹ ਬਾਰ-ਬਾਰ ਉੱਠਦਾ ਹੈ। ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਇਸ ਗੱਲ ਬਾਰੇ ਬਿਲਕੁਲ ਕਲੀਅਰ ਹਾਂ ਕਿ ਇਹ ਮਹਿਲਾ 10ਵਾਂ ਬਾਅਦ ਵਿੱਚ ਲਿਖੀ ਗਈ ਇਬਾਰਤ ਹੈ, ਔਰ ਇਹਦੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਮੰਨਣਾ ਚਾਹੀਦਾ। ਤੇ ਸਾਰੇ ਦੇ ਸਾਰੇ 57 ਸਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਹੀ ਹੈ, ਔਰ ਉਹੀ ਮੰਨਣਾ ਚਾਹੀਦਾ ਹੈ। ਔਰ ਬਹੁਤੇ ਵਿਦਵਾਨਾਂ ਨੇ 99% ਆਪਾਂ ਕਹਿ ਲਈਏ, ਕੋਈ ਇੱਕ ਅੱਧ ਨੂੰ ਛੱਡ ਕੇ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਦੇ 57 ਸਲੋਕ ਮੰਨੇ ਹਨ। ਇਹਨਾਂ ਨੂੰ 56 ਜਮਾ ਇੱਕ ਕਿਸੇ ਨੇ ਨਹੀਂ ਕੀਤਾ। ਤੋ ਇਸ ਕਰਕੇ ਇਸ ਚੀਜ਼ ਨੂੰ ਇਗਨੋਰ ਕਰ ਦੇਣਾ ਚਾਹੀਦਾ ਹੈ ਤੇ ਇਹਨਾਂ ਕੰਟਰੋਵਰਸੀਜ਼ ਤੋਂ ਬਚਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਵੀਰ ਜੀ, ਪੂਰੇ ਵਿਸਥਾਰ ਨਾਲ ਆਪ ਜੀ ਨੇ ਦੱਸਿਆ ਹੈ। ਤੋ ਸਾਧ ਸੰਗਤ ਜੀ, ਵੈਸੇ ਵੀ ਗੁਰੂ ਅਰਜਨ ਸਾਹਿਬ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਐਡਿਟ ਕੀਤੀ ਹੈ, ਹਰੇਕ ਸ਼ਬਦ ਦੇ ਬਾਅਦ 'ਚ ਉਹਦਾ ਅੱਖਰ ਦਿੱਤਾ ਹੈ, ਵੀ ਉਹਦੀ ਗਿਣਤੀ ਦਿੱਤੀ ਹੈ। ਜੇ ਇਸ ਸਾਲ ਮਹਿਲਾ 10ਵਾਂ ਹੁੰਦਾ ਤੇ ਉੱਥੇ ਆ ਕੇ ਗਿਣਤੀ ਮਹਿਲੇ 10ਵੇਂ ਦੀ ਵੱਖਰੀ ਹੋਣੀ ਸੀ, ਤੇ ਅਗਲੋਂ ਪ੍ਰੋਗਰੈਸਿਵ ਟੋਟਲ ਦਿੱਤਾ ਜਾਣਾ ਸੀ, ਉਸ ਤੋਂ ਫਿਰ ਅੱਗੇ ਚੱਲਦਾ। ਸੋ ਸਾਰੀਆਂ ਗੱਲਾਂ ਇਹ ਹੈ ਨੇ, ਲੱਗਦੀਆਂ ਤੇ ਇਸ ਪਾਸੇ ਨੇ। ਮੈਂ ਬੇਨਤੀ ਕਰਦੇ ਹਾਂ, ਜਿੱਥੇ ਸੋਸ਼ਲ ਮੀਡੀਆ ਦਾ ਸਾਨੂੰ ਬਹੁਤ ਲਾਭ ਹੈ ਕਿ ਬੜੀ ਜਲਦੀ ਸਕਿੰਟਾਂ 'ਚ ਸਾਡੀਆਂ ਗੱਲਾਂ ਪਹੁੰਚ ਜਾਂਦੀਆਂ ਨੇ, ਉੱਥੇ ਇੱਕ ਨੁਕਸਾਨ ਇਹ ਹੈ ਕਿ ਜਿਹਦਾ ਦਿਲ ਆਵੇ ਉਹ ਛੋਟੀ ਜਿਹੀ ਵੀਡੀਓ ਬਣਾਉਂਦਾ ਤੇ ਪਾ ਦਿੰਦਾ, ਉਹਦੀ ਅਥੈਂਟਿਸਿਟੀ ਨਹੀਂ ਹੁੰਦੀ ਬਈ ਉਹ ਕੀ ਠੀਕ ਹੈ ਕਿ ਗਲਤ ਹੈ। ਤੋ ਇਸ ਤਰ੍ਹਾਂ ਲੋਕੀ ਬਣਾ ਕੇ ਪਾਈ ਜਾਂਦੇ ਨੇ। ਸਾਨੂੰ ਆਪ ਖਬਰਦਾਰ ਰਹਿਣਾ ਪਏਗਾ ਕਿ ਜੋ ਵੀ ਚੀਜ਼ ਸੋਸ਼ਲ ਮੀਡੀਆ ਤੇ ਆ ਰਹੀ ਹੈ, ਜ਼ਰੂਰੀ ਨਹੀਂ ਉਹ ਠੀਕ ਹੋ। ਜਿਹੜੀ ਚੀਜ਼ ਠੀਕ ਹੈ ਉਹ ਚੰਗੀ ਗੱਲ ਹੈ, ਪਰ ਬਹੁਤ ਸਾਰੀਆਂ ਗੱਲਾਂ ਪਤਾ ਨਹੀਂ ਕਿਸ ਮਨਸ਼ਾ ਦੇ ਨਾਲ ਕੋਈ ਪਾ ਰਿਹਾ। ਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਆਈ ਸੀ ਜਿਹਦਾ ਸਾਨੂੰ ਸਵਾਲ ਹੈ। ਤੋ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ, ਥੋੜਾ ਜਿਹਾ ਸਮਾਂ ਰਹਿ ਗਿਆ, ਐਵੇਂ 2-3 ਮਿੰਟ ਦਾ, ਤੇ ਇੱਕ ਸਵਾਲ ਹੋਰ ਲੈ ਲੈਂਦੇ ਹਾਂ। ਉਹ ਹੈਗਾ ਕਿ ਰਾਗ ਮਾਲਾ ਤੇ 31 ਰਾਗਾਂ ਦੇ ਨਾਮ, ਜਿਵੇਂ ਕਿ ਸੋਰਠ, ਮਾਲੀ, ਗੌੜਾ, ਬਿਹਾਗੜਾ ਆਦਿ ਦੇ ਸ਼ਬਦੀ ਅਰਥ ਕੀ ਹਨ? ਇਹ ਸਵਾਲ ਸਾਨੂੰ ਸਾਧ ਸੁਰਜੀਤ ਸਿੰਘ ਪਨੇਸਰ ਹੋਰਾਂ ਦਾ ਆਇਆ ਹੈ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿੱਕਰ ਸਿੰਘ ਜੀ ਨੂੰ ਵੀ ਇਹਦਾ ਸਾਨੂੰ ਸੰਖੇਪ ਵਿੱਚ ਉੱਤਰ ਦੇ ਦਿਓ ਵੀ ਜਾਇਆ ਰਾਗਮਾਲਾ ਜਿਹੜੇ ਰਾਗਾਂ ਦਾ ਜ਼ਿਕਰ ਹੈ ਉਹਦਾ ਭਾਵ ਕੀ ਹੈ। ਹਾਲਾਂਕਿ ਅਰਥਾਂ ਵਾਲੀ ਕੋਈ ਗੱਲ ਬਣਦੀ ਨਹੀਂ, ਪਰ ਭਾਵ ਕੀ? ਹਾਂਜੀ, ਵੀਰ ਕਿੱਕਰ ਸਿੰਘ। ਸਰ ਕਿੱਕਰ ਸਿੰਘ ਜੀ, ਅਨਮਿਊਟ ਕਰ ਲਓ ਆਪਣੇ ਆਪ ਨੂੰ। ਐਮਪੀ ਜੀ ਦੇਖਣਾ ਕਿੱਕਰ ਸਿੰਘ ਜੀ ਆ ਨਹੀਂ ਰਹੇ, ਲਾਈਨ ਤੇ ਹੈ ਨੇ। ਉਹਨਾਂ ਦੀ ਆਡੀਓ ਕਨੈਕਟ ਹੁਣ ਹੋਈ ਹੈ, ਆਡੀਓ ਕਨੈਕਟ ਹੋ ਗਈ ਹੈ ਹੁਣ। ਅੱਛਾ ਜੀ, ਕਿੱਕਰ ਸਿੰਘ ਜੀ ਉਹਨਾਂ ਦਾ ਡਿਸਕਨੈਕਟ ਹੋ ਗਿਆ। ਵਾਹਿਗੁਰੂ ਜੀ ਕਾ ਆ ਗਿਆ ਜੀ। ਹਾਂਜੀ ਕਰੋ ਜੀ। ਵੀਰ ਜੀ, ਮੈਂ ਆਪਣੀ ਪਿਛਲੀ ਕਲਾਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ ਸੀ, ਤੇ ਇਸ ਕਰਕੇ ਇਹ ਸਵਾਲ ਤਾਂ ਮੈਨੂੰ ਅਲਾਟ ਹੀ ਨਹੀਂ ਹੋਇਆ ਸੀਗਾ। ਨਹੀਂ, ਤੁਸੀਂ ਲਿਖ ਕੇ ਜਵਾਬ ਭੇਜਿਆ, ਉਹ ਦੱਸ ਦਿਓ। ਉਹ ਮੈਂ ਜ਼ਰੂਰ ਭੇਜਿਆ, ਪਰ ਉਹ ਦੱਸ ਦਿਓ। ਨਹੀਂ, ਮਤਲਬ ਮੂੰਹ ਜ਼ਬਾਨੀ ਪੜ੍ਹਨਾ ਕੁਝ ਹੋਰ ਗੱਲ ਹੈ ਜੀ, ਚਲੋ ਕੋਈ ਗੱਲ ਨਹੀਂ, ਕੁਝ ਹੋਰ ਗੱਲ ਹੈ। ਸਾਡੇ ਕੋਲ ਸਮਾਂ ਵੀ ਹੋ ਗਿਆ। ਸਾਧ ਸੰਗਤ ਜੀ, ਆਪਾਂ ਖਿਮਾ ਮੰਗਦੇ ਹਾਂ ਜਿਨ੍ਹਾਂ ਦਾ ਸਵਾਲ ਹੈ। ਸੁਰਜੀਤ ਸਿੰਘ, ਤੁਹਾਡੇ ਤੋਂ ਵੀ ਖਿਮਾ ਮੰਗਦੇ ਹਾਂ। ਇੱਕ ਸਵਾਲ ਹੋਰ ਭੈਣ ਬਲਜੀਤ ਕੌਰ ਜੀ ਦਾ ਹੈ, ਉਹ ਵੀ ਨਹੀਂ ਐਤਕੀ ਹੋ ਸਕਿਆ। ਇੱਕ ਸਵਾਲ ਹੋਰ ਸਪਿਰਿਚੁਅਲਿਟੀ ਐਂਡ ਰਿਲੀਜਨ ਬਾਰੇ ਆਇਆ, ਹੁਣ ਸਾਡੇ ਕੋਲ ਸਮਾਂ ਘੱਟ ਹੈ, ਨਹੀਂ ਹੋ ਸਕਿਆ। ਉਹਨਾਂ ਮੈਂ ਸਭ ਤੋਂ ਖਿਮਾ ਮੰਗਦਾ, ਤੇ ਮੈਂ ਬੇਨਤੀ ਕਰ ਰਿਹਾ ਕਿ ਨਵੀਂ ਆਈਡੀ ਹੈ ਜੀ ਤੇਜਮ ਨੂਰ ਕੌਰ। ਤੋ ਜਿਨ੍ਹਾਂ ਦੀ ਆਈਡੀ ਹੈ ਤੇਜਮ ਨੂਰ ਕੌਰ, ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰ ਲਓ।
तो जब तक ਉਹ ਸਾਹਮਣੇ ਆਉਂਦੇ ਨੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਸਵਾਲ ਭੇਜਦੇ ਵੀ ਹੋ ਔਰ ਬੜੇ ਪੇਸ਼ੈਂਸ ਦੇ ਨਾਲ ਸਾਡੇ ਜਿਹੜੇ ਪੈਨਲ ਮੈਂਬਰ ਉੱਤਰ ਦਿੰਦੇ ਨੇ ਸਾਰੇ ਪਾਸੋਂ ਇਨਫੋਰਮੇਸ਼ਨ ਇਕੱਠੀ ਕਰਕੇ ਉਹ ਆਪ ਤੱਕ ਪਹੁੰਚਾਈਏ ਜੀ। ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਮੀਆਂ ਰਹਿ ਸਕਦੀਆਂ ਕਿਉਂਕਿ ਕਈ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਭੁੱਲਾਂ ਗਲਤੀਆਂ ਵਗੀਆਂ ਹੋ ਗਈਆਂ ਨੇ। ਮੈਂ ਉਹਨਾਂ ਲਈ ਆਪ ਸਭ ਪਾਸੋਂ ਖਿਮਾ ਮੰਗਦਾ ਔਰ ਬੇਨਤੀ ਕਰਾਂਗਾ ਵੀ MP ਸਿੰਘ ਜੀ ਨੂੰ ਅਗਲਾ ਪ੍ਰੋਗਰਾਮ ਚਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।